ਮੇਲ ਲਹੋ ਦਇਆਲ ਟਹਿ ਪਏ ਦੁਆਰਿਆ। ਰਖ ਲੇਵਹੁ ਦੀਨ ਦਇਆਲ ਪਰਮਤ ਬਹੁ ਹਾਰਿਆ। ਭਗਤ ਵਸ਼ਲ ਤੇਰਾ ਬਿਰਦ ਹਰ ਪਤਤ ਉਦਾਰਿਆ। ਤੁਝ ਬਿਨ ਨਾਹੀ ਕੋਇ ਬਿਨੋ ਮੋਹਿ ਸਾਰਿਆ। ਕਰ ਗਹਿ ਲਿਹੋ ਦਇਆਲ ਸਾਗਰ ਸੰਸਾਰਿਆ। ਹਮ ਮੈਲੇ ਤੁਮ ਊਜਲ ਕਰਤੇ ਹਮ ਨਿਰਗੁਣ ਤੂੰ ਦਾਤਾ। ਹਮ ਮੂਰਖ ਤੁਮ ਚਤੁਰ ਸਿਆਣੇ ਤੂੰ ਸਰਬ ਕਲਾ ਕਾ ਗਿਆਤਾ। ਮਾਧੋ ਹਮ ਐਸੇ ਤੂੰ ਐਸਾ ਹਮ ਪਾਪੀ ਤੁਮ ਪਾਪ ਖੰਡਨ ਨੀਕੋ ਠਾਕੁਰ ਦੇਸਾ। ਤੁਮ ਸਭ ਸਾਜੇ ਸਾਜ ਨਿਵਾਜੇ ਜੀਉ ਪਿੰਡ ਦੇ ਪ੍ਰਾਨਾ। ਨਿਰਗੁਣ ਯਾਰੇ ਗੁਣ ਨਹੀਂ ਕੋਈ ਤੁਮ ਦਾਨ ਦੇਹੋ ਮਿਹਰਬਾਨਾ। ਤੁਮ ਨਿਧਾਨ ਅਟਲ ਸੁਲਤਾਨ ਜੀ ਜੰਤ ਸਭ ਜਾਚੈ। ਕਹੋ ਨਾਨਕ ਹਮ ਇਹ ਹਵਾਲਾ ਰਾਗ ਸੰਤਨ ਕੈ ਪਾਛੈ। ਹੋ ਅਪਰਾਧੀ ਗੁਨਹਗਾਰ ਹੋ ਬੇਮੁਖ ਮੰਦਾ। ਚੋਰ ਯਾਰ ਜੂਆਰ ਹੋ ਪਰ ਘਰ ਜੋ ਹੰਦਾ। ਨਿੰਦਕ ਦੁਸ਼ਟ ਹਰਾਮ ਖੋਰ ਠਗ ਦੇਸ ਠਗੰਦਾ। ਕਾਮ ਕ੍ਰੋਧ ਮਦ ਲੋਭ ਮੋਹ ਅਹੰਕਾਰ ਕਰੰਦਾ। ਵਿਸਾਸ ਘਾਤੀ ਅਕਿਰਤ ਘਣ ਮੈਂ ਕੋ ਨ ਰਖੰਦਾ। ਸਿਮਰ ਮੁਰੀਦਾਂ ਢਾਡੀਆ ਸਤਿਗੁਰ ਬਖਸ਼ੰਦਾ। ਕਹਾ ਬੁੱਧ ਪ੍ਰਭ ਤੁਸ਼ ਹਮਾਰੀ ਬਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ। ਮੂਕ ਊਚ ਰਹਿ ਸ਼ਾਸਤਰ ਖਟ ਪਿੰਗ ਗਿਰਨ ਝੜ ਜਾਏ। ਅੰਧ ਲਖੈ ਬਦਰੋ ਸੁਨੈ ਜੋ ਕਾਲ ਕਿਰਪਾ ਕਰਾਏ। ਜਾ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਬੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ। ਜਾ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਬੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਭੁਜੰਗ ਪ੍ਰਿਆਤ ਛੰਦ ਅਗਾਧੇ ਆਵਾਧੇ ਆਨੰਦੀ ਸਰੂਪੇ। ਨਮੋ ਸਰਬ ਮਾਨੇ ਸਮਾਸਤੀ ਨਿਧਾਨੇ। ਅਗਾਧੇ ਆਵਾਧੇ ਆਨੰਦੀ ਸਰੂਪੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਔਰ ਨਿਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਖਾਲਸਾ ਸਾਧ ਸੰਗਤ ਜੀ। ਅੰਮ੍ਰਿਤ ਵੇਲੇ ਤੋਂ ਗੁਰਬਾਣੀ ਦਾ ਰਸ ਮਾਣ ਰਹੇ ਹੋ, ਆਨੰਦ ਮਾਣ ਰਹੇ ਹੋ। ਸ਼ਨੀਵਾਰ ਦੇ ਕੀਰਤਨ ਹੋਏ ਨੇ, ਸੋ ਲੜੀਵਾਰ ਕਥਾ ਜੋ ਸਤਿਗੁਰਾਂ ਦੀ ਕਿਰਪਾ ਨਾਲ ਜਾਪ ਸਾਹਿਬ ਦੀ ਗੁਰਬਾਣੀ ਦੀ ਕਥਾ ਹੁਣ ਚੱਲ ਰਹੀ ਹੈ। ਤਕਰੀਬਨ 63 ਪੌੜੀਆਂ ਤੱਕ ਸਤਿਗੁਰਾਂ ਨੇ ਕਿਰਪਾ ਕਰਕੇ ਅਰਥ ਕਰਵਾ ਲਏ ਨੇ। ਉਸ ਤੋਂ ਅੱਗੇ ਅੱਜ ਜੋ ਭੁਜੰਗ ਪ੍ਰਿਆਤ ਛੰਦ ਇਹ ਆਰੰਭ ਹੋਣ ਜਾ ਰਿਹਾ ਹੈ। ਪਹਿਲੇ 2 ਵਾਰ ਭੁਜੰਗ ਪ੍ਰਿਆਤ ਛੰਦ ਆ ਚੁੱਕਾ ਹੈ। ਹੁਣ ਤੀਜੀ ਵਾਰ ਇਹ ਭੁਜੰਗ ਪ੍ਰਿਆਤ ਛੰਦ ਆਰੰਭ ਹੋਣ ਜਾ ਰਿਹਾ ਹੈ। ਸੋ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸਤਿਗੁਰਾਂ ਦੇ ਚਰਨਾਂ ਵਿੱਚ ਆਪਣੇ ਮਨ ਨੂੰ ਜੋੜ ਕੇ ਸਰਵਣ ਕਰਨਾ ਕਰੀਏ। ਵਾਹਿਗੁਰੂ
ਭੁਜੰਗ ਦਾ ਅਰਥ ਹੁੰਦਾ ਹੈ ਸੱਪ, ਪ੍ਰਿਆਤ ਦਾ ਅਰਥ ਹੁੰਦਾ ਹੈ ਚਾਲ। ਇਸ ਛੰਦ ਦੀ ਚਾਲ ਜਿਵੇਂ ਸੱਪ ਦੀ ਚਾਲ ਹੁੰਦੀ ਹੈ, ਇਸ ਚਾਲ ਦਾ ਇਹ ਛੰਦ ਹੈ। ਅਗਾਧੇ ਆਬਾਦੇ ਅਗਾਧੇ ਗ੍ਰਹਿਣ ਕਰਨ ਤੋਂ ਰਹਿਤ ਹੈ ਪਰਮਾਤਮਾ। ਉਹ ਡੂੰਘਾ ਹੈ, ਗੰਭੀਰ ਹੈ, ਪਤਾਲਾਂ ਦਾ ਵੀ ਪਤਾਲ ਹੈ। ਅਬਾਧੇ ਪੀੜਾ ਬੰਧਨਾਂ ਤੋਂ ਉਹ ਰਹਿਤ ਹੈ। ਪਰਮਾਤਮਾ ਨਾਸ਼ ਹੋਣ ਤੋਂ ਰਹਿਤ ਹੈ। ਵਾਧੇ ਹਉਮੈ ਚਿੰਤਾ ਇਹ ਬੰਨ ਨਹੀਂ ਸਕਦੀਆਂ ਪਰਮਾਤਮਾ ਨੂੰ, ਇਹਨਾਂ ਤੋਂ ਅਬਾਧੇ ਰਹਿਤ ਹੈ। ਜਿਵੇਂ ਕਿਸੇ ਸਰੀਰ ਨੂੰ ਪੀੜਾ ਹੋ ਜਾਂਦੀ ਹੈ, ਪ੍ਰੇਤ ਚਿੰਬੜ ਜਾਂਦੇ ਨੇ, ਇਹਨਾਂ ਤੋਂ ਵੀ ਪਰਮਾਤਮਾ ਰਹਿਤ ਹੈ। ਕਰਤਾ ਭੁਗਤਾ ਦੇ ਬੰਧਨਾਂ ਤੋਂ ਪਰਮਾਤਮਾ ਰਹਿਤ ਹੈ, ਨਾਸ਼ ਹੋਣ ਤੋਂ ਰਹਿਤ ਹੈ। ਆਨੰਦੀ ਸਰੂਪੇ ਆਨੰਦੀ ਸਰੂਪੇ ਆਨੰਦੀ ਅਨ ਦੀ ਕਹਿੰਦੇ ਨੇ ਦਵੈਤ ਨੂੰ। ਜੋ ਦਵੈਤ ਤੋਂ ਰਹਿਤ ਪਰਮਾਤਮਾ ਹੈ, ਉਸ ਨੂੰ ਕੋਈ ਦਵੈਤ ਕਿਸੇ ਨਾਲ ਈਰਖਾ ਨਹੀਂ ਹੈ। ਉਸ ਦਾ ਸਰੂਪ ਜੋ ਹੈ ਦਵੈਤ ਤੋਂ ਰਹਿਤ ਸਰੂਪ ਹੈ, ਆਨੰਦ ਸਰੂਪ ਹੈ। ਜਿਵੇਂ ਵਿਸ਼ੇ ਆਨੰਦ ਸੰਸਾਰ ਹੈ, ਭਜਨਾਨੰਦ ਹਰਦਾਸ, ਬ੍ਰਹਮਾਨੰਦ ਜੀਵਨ ਮੁਕਤ ਭਈ ਵਾਸ਼ਨਾ ਨਾਸ। ਵਿਸ਼ੇ ਆਨੰਦ ਹੁੰਦਾ ਹੈ ਪਾਣੀ ਦੇ ਕਟੋਰੇ ਦੀ ਤਰ੍ਹਾਂ ਹੁੰਦਾ ਹੈ। ਜਿਵੇਂ ਇਹ ਸਾਰਾ ਸੰਸਾਰ ਵਿਸ਼ੇ ਆਨੰਦ ਵਿੱਚ ਵੀ ਆ ਜਾਂਦਾ ਹੈ, ਪਾਣੀ ਦੇ ਕਟੋਰੇ ਦੀ ਤਰ੍ਹਾਂ। ਜਿਵੇਂ ਪਾਣੀ ਦਾ ਕਟੋਰਾ ਹੈ, ਕਟੋਰੇ 'ਚ ਥੋੜ੍ਹਾ ਜਿਹਾ ਪਾਣੀ ਹੈ, ਉਹ ਗਰਮ ਵੀ ਹੋ ਜਾਂਦਾ ਹੈ, ਠੰਡਾ ਵੀ ਹੋ ਜਾਂਦਾ ਹੈ, ਡੁੱਲ ਵੀ ਜਾਂਦਾ ਹੈ, ਜੂਠਾ ਵੀ ਹੋ ਜਾਂਦਾ ਹੈ। ਇਸੇ ਤਰ੍ਹਾਂ ਸਰੀਰ ਜੋ ਆਪਣੇ ਹਨ, ਇਹ ਜੂਠੇ ਵੀ ਹੋ ਜਾਂਦੇ ਹਨ, ਅਪਵਿੱਤਰ ਵੀ ਹੋ ਜਾਂਦੇ ਹਨ। ਠੰਡੇ ਤੋਂ ਭਾਵ ਨਮਰਦ ਵੀ ਹੋ ਜਾਂਦਾ ਹੈ। ਕਿਸੇ ਨੂੰ ਵਿਛੋੜਾ ਹੋ ਗਿਆ, ਕਿਸੇ ਚੀਜ਼ ਦਾ ਵਿਛੋੜਾ ਪੈ ਗਿਆ ਤਾਂ ਤਪਣ ਵੀ ਲੱਗ ਜਾਂਦਾ ਹੈ ਦਿਲ ਵਿਛੋੜੇ ਵਿੱਚ। ਐਸੇ ਤਰ੍ਹਾਂ ਮਨ ਡੋਲਦਾ ਵੀ ਹੈ। ਦੂਜੇ ਨੰਬਰ 'ਤੇ ਭਜਨਾਨੰਦ ਹਰਦਾਸ। ਭਜਨਾਨੰਦ ਜਿਵੇਂ ਬਰਸਾਤੀ ਨਾਲੇ ਹੁੰਦੇ ਨੇ ਨਾ, ਜਦੋਂ ਮੀਂਹ ਪਿਆ ਉਦੋਂ ਵਗਦੇ ਨੇ, ਫਿਰ ਖਾਲੀ ਦੇ ਖਾਲੀ ਰਹਿ ਜਾਂਦੇ ਨੇ। ਐਸੇ ਤਰ੍ਹਾਂ ਥੋੜ੍ਹਾ ਚਿਰ ਹੀ ਸੰਗਤ ਕੀਤੀ, ਸੰਗਤ ਕਰਕੇ ਥੋੜ੍ਹਾ ਚਿਰ ਹੀ ਆਨੰਦ ਆਇਆ, ਬਾਅਦ ਵਿੱਚ ਖਾਲੀ ਦੇ ਖਾਲੀ ਰਹਿ ਗਏ। ਉਸ ਤੋਂ ਬਾਅਦ ਬ੍ਰਹਮਾਨੰਦ ਸੋਮੇ ਦੀ ਪਾਣੀ ਦੀ ਤਰ੍ਹਾਂ ਹੁੰਦਾ ਹੈ। ਜਿਵੇਂ ਕੁਦਰਤੀ ਕੋਈ ਸੋਮਾ ਜਾਂ ਝਰਨਾ ਕੋਈ ਚੱਲਦਾ ਹੈ, ਇਸੇ ਤਰ੍ਹਾਂ ਜੋ ਬ੍ਰਹਮਾਨੰਦ ਹੈ ਚਿੱਤ ਦੀ ਇਕਾਗਰਤਾ ਨਾਲ ਆਨੰਦ ਹੈ। ਜਦੋਂ ਚਿੱਤ ਦੀ ਇਕਾਗਰਤਾ ਹੋ ਗਈ, ਆਨੰਦ ਸਰੂਪ ਹੋ ਆਪ ਜੀ। ਮਨ ਦੀਆਂ ਕਲਪਨਾ ਤੋਂ ਰਹਿਤ ਹੋ, ਬੁੱਧੀ ਦੀ ਚਤੁਰਤਾ ਤੋਂ ਆਪ ਜੀ ਰਹਿਤ ਹੋ। ਨਾ ਆਪ ਨੂੰ ਪਿਛਲੇ ਸਮੇਂ ਦੀ ਕੋਈ ਚਿੰਤਾ ਹੈ, ਨਾ ਆਉਣ ਵਾਲੇ ਸਮੇਂ ਦੀ ਕੋਈ ਚਿੰਤਾ ਹੈ, ਨਾ ਆਪ ਜੀ ਨੂੰ ਵਰਤਮਾਨ ਵਿੱਚ ਆਪ ਜੀ ਇੱਕ ਰਸ ਹੋ, ਇੱਕ ਰਸ ਸਰੂਪ ਹੋ। ਦੁੱਖਾਂ ਤੋਂ ਆਪ ਜੀ ਰਹਿਤ ਹੋ, ਸੁਖ ਸਰੂਪ ਹੋ, ਸੋ ਆਨੰਦ ਸਰੂਪ ਹੋ ਆਪ ਜੀ। ਨਮੋ ਸਰਬ ਮਾਨੇ ਨਮੋ ਸਰਬ ਮਾਨੇ, ਸਾਰਿਆਂ ਦੇ ਮੰਨਣ ਯੋਗ ਹੋ, ਸਾਰਿਆਂ ਨੂੰ ਮਾਣ ਦੇਣ ਵਾਲੇ ਹੋ। ਸਮਸਤੀ ਨਿਧਾਨੇ ਸਰਬ ਰੂਪਾਂ ਦੇ ਸਮਸਤੀ ਨਿਧਾਨੇ, ਖਜ਼ਾਨਾ ਰੂਪ ਹੋ ਆਪ ਜੀ, ਚਤੁਰ ਹੋ। ਵਸਤੁ ਨਿਰਨਾਥੇ ਹੁਣ ਪਹਿਲੇ ਨੰਬਰ 'ਤੇ ਭੁਜੰਗ ਪ੍ਰਿਆਤ ਛੰਦ ਆਇਆ ਸੀ, ਉਸ ਵਿੱਚ 2 ਵਾਰ ਆਇਆ ਨਮਸਤਵੰ। ਵਾਵੇ ਨਾਲ ਜੋ ਪੈਰ 'ਚ ਤੱਤੇ ਦੇ ਅੱਧਾ ਵਾਵਾ ਹੈ, ਇਹ 2 ਵਾਰ ਪਾਠ ਪਹਿਲੇ ਆਇਆ ਹੈ। ਹੁਣ ਇਸ ਭੁਜੰਗ ਪ੍ਰਿਆਤ ਛੰਦ ਵਿੱਚ 6 ਵਾਰ ਇਹ ਪਦ ਆਵੇਗਾ ਨਮਸਤਵੰ। ਇਸ ਤਰ੍ਹਾਂ ਹੀ ਪਾਠ ਕਰਨਾ ਹੈ। ਜਿਹੜਾ ਤੱਤੇ ਦੇ ਪੈਰ 'ਚ ਅੱਧਾ ਵਾਵਾ ਲੱਗਿਆ ਹੈ, ਉਸਨੇ ਫਿਰ ਆੜੇ ਦਾ ਰੂਪ ਧਾਰਨ ਕਰ ਲੈਣਾ ਹੈ। ਤੱਤੇ ਨੂੰ ਔਂਕੜ ਅਤੇ ਐੜੇ 'ਤੇ ਟਿੱਪੀ। ਨਮਸਤਵੰ ਨਮਸਤਵੰ ਨਿਰਨਾਥੇ। ਆਪ ਜੀ ਯਤੀਮ ਨਹੀਂ ਹੋ, ਆਪ ਜੀ ਨਾਥਾਂ ਦੇ ਨਾਥ ਹੋ। ਨਾਥ ਕਹਿੰਦੇ ਨੇ ਮਾਲਕ ਨੂੰ। ਨਿਰ ਆਪ ਜੀ ਵਿਸ਼ੇਸ਼ ਕਰਕੇ ਸਭ ਦੇ ਨਾਥ ਹੋ, ਆਪ ਦਾ ਕੋਈ ਨਾਥ ਨਹੀਂ। ਆਪ ਸਭ ਨੂੰ ਨੱਥ ਪਾਉਣ ਵਾਲੇ ਹੋ, ਸਭ ਨੂੰ ਆਪਣੇ ਹੁਕਮ ਅੰਦਰ ਰੱਖਣ ਵਾਲੇ ਹੋ। ਵਸਤੰ ਪਰਮਾਥੇ ਪਰਮਾਥੇ ਪ੍ਰਭ ਵਿਸ਼ੇਸ਼ ਕਰਕੇ ਮਾਥੇ, ਵੈਰੀਆਂ ਨੂੰ ਮਲਣ ਵਾਲੇ ਹੋ। ਮਾਥੇ ਜਿਵੇਂ
ਦੁੱਧ ਰਿੜਕੀਦਾ ਹੈ, ਐਸੇ ਤਰ੍ਹਾਂ ਆਪ ਜੀ ਵੈਰੀਆਂ ਨੂੰ ਰਿੜਕ ਦਿੰਦੇ ਹੋ, ਮਾਇਆ ਤੋਂ ਪਰੇ ਹੋ। ਵਸਤੰ ਅਗੰਜੇ ਕੱਟਣ ਤੋਂ ਰਹਿਤ ਹੋ, ਗਿਣਤੀ ਤੋਂ ਰਹਿਤ ਹੋ, ਆਪ ਜੀ ਨੂੰ ਨਮਸਕਾਰ ਹੈ। ਵਸਤੰ ਅਗੰਜੇ ਅਗੰਜੇ ਕੱਟਣ ਤੋਂ ਰਹਿਤ ਹੋ, ਗਿਣਤੀ ਤੋਂ ਰਹਿਤ ਹੋ। ਵਸਤੰ ਅਪੰਜੇ ਭੰਜੇ ਭੰਨਣ ਤੋਂ ਰਹਿਤ ਹੋ, ਅਬ ਕਹਿੰਦੇ ਨੇ ਪਾਣੀ ਨੂੰ, ਅੰਜੇ ਕਹਿੰਦੇ ਨੇ ਪ੍ਰੇਰਕ ਨੂੰ। ਆਪ ਜੀ ਪਾਣੀ ਦੇ ਵੀ ਪ੍ਰੇਰਕ ਹੋ, ਚਲਾਉਣ ਵਾਲੇ ਹੋ, ਨਮਸਕਾਰ ਹੈ। ਵਸਤੰ ਅਕਾਲੇ ਕਾਲ ਤੋਂ ਰਹਿਤ ਹੋ, ਕਲਪਨਾ ਤੋਂ ਰਹਿਤ ਹੋ, ਮਾਇਆ ਦੀ ਕਾਲਖ ਤੋਂ ਆਪ ਜੀ ਰਹਿਤ ਹੋ, ਨਮਸਕਾਰ ਹੈ। ਵਸਤੰ ਅਪਾਲੇ ਤੈਨੂੰ ਕੋਈ ਪਾਲਣ ਵਾਲਾ ਨਹੀਂ, ਸਗੋਂ ਸਾਰਿਆਂ ਨੂੰ ਤੁਸੀਂ ਪਾਲਣ ਵਾਲੇ ਹੋ, ਨਮਸਕਾਰ ਹੈ। ਨਮੋ ਸਰਬ ਦੇਸੇ ਸਾਰੇ ਅੰਗਾਂ ਵਿੱਚ, ਦੇਸ਼ਾਂ ਵਿੱਚ, ਹਿਰਦਿਆਂ ਵਿੱਚ ਆਪ ਜੀ ਹੋ। ਸਾਰੇ ਦੇਸ਼ਾਂ ਦੇ ਅੰਗਾਂ ਵਿੱਚ, ਹਿਰਦਿਆਂ ਰੂਪ ਦੇਸ਼ਾਂ ਵਿੱਚ ਆਪ ਜੀ ਆਏ ਹੋਏ ਹੋ, ਨਮਸਕਾਰ ਹੈ। ਨਮੋ ਸਰਬ ਭੇਸੇ ਸਾਰੇ ਭੇਖਾਂ ਵਿੱਚ ਆਪ ਜੀ ਹੋ, ਨਮਸਕਾਰ ਹੈ। ਨਮੋ ਰਾਜ ਰਾਜੇ ਆਪ ਜੀ ਰਾਜਿਆਂ ਦੇ ਰਾਜੇ ਹੋ, ਰਾਜਿਆਂ ਨੂੰ ਸ਼ਕਤੀ ਦੇਣ ਵਾਲੇ ਹੋ। ਜਿੰਨੇ ਵੀ ਰਾਜਿਆਂ ਵਿੱਚ ਰਾਜ ਸ਼ਕਤੀ ਹੈ ਉਹ ਤੇਰੀ ਹੈ। ਆਪ ਜੀ ਪ੍ਰਕਾਸ਼ਕਾਂ ਦੇ ਪ੍ਰਕਾਸ਼ਕ ਹੋ। ਰਾਜ ਕਹਿੰਦੇ ਨੇ ਭੇਦ ਨੂੰ, ਆਪ ਜੀ ਭੇਦਾਂ ਦੇ ਜਾਣਨ ਵਾਲੇ ਹੋ। ਨਮੋ ਸਾਜ ਸਾਜੇ ਸਰਬ ਜੋ ਸਾਜ ਚੀਜ਼ਾਂ ਨੂੰ ਸਾਜੇ, ਸਾਜਣ ਵਾਲੇ ਹੋ ਤੇ ਸਜਾਉਣ ਵਾਲੇ ਹੋ। ਕਿਵੇਂ ਪਰਮਾਤਮਾ ਨੇ ਦੇਖੋ ਇਹ ਪਹਾੜ ਬਣਾਏ ਨੇ, ਸਾਜੇ ਨੇ। ਕਿਵੇਂ ਕੁਦਰਤ ਬਣਾਈ ਹੈ, ਰੁੱਖ ਬਣਾਏ ਨੇ, ਫੁੱਲ ਬਣਾਏ ਨੇ, ਸਮੁੰਦਰ, ਨਹਿਰਾਂ, ਦਰਿਆ ਕਿਵੇਂ ਪਰਮਾਤਮਾ ਨੇ ਬਣਾਏ ਨੇ। ਜਦੋਂ ਪਰਮਾਤਮਾ ਦੀ ਆਪਾਂ ਇਹ ਸਾਜੀ ਹੋਈ ਸ੍ਰਿਸ਼ਟੀ ਦੇਖਦੇ ਹਾਂ ਤਾਂ ਕਿੰਨੀ ਸੋਹਣੀ ਲੱਗਦੀ ਹੈ। ਇਹ ਕੁਦਰਤ ਕਿੰਨੀ ਸੋਹਣੀ ਲੱਗਦੀ ਹੈ, ਫੁੱਲ ਆਪਾਂ ਨੂੰ ਕਿੰਨੇ ਸੋਹਣੇ ਲੱਗਦੇ ਨੇ। ਇਸ ਸ੍ਰਿਸ਼ਟੀ ਨੂੰ ਸਾਜਣ ਵਾਲਾ, ਸਾਰੇ ਪਦਾਰਥਾਂ ਨੂੰ, ਸਾਰੀ ਸ੍ਰਿਸ਼ਟੀ ਨੂੰ ਸਾਜਣ ਵਾਲਾ ਅਤੇ ਸਜਾਉਣ ਵਾਲਾ ਪਰਮਾਤਮਾ ਹੈ। ਅਤੇ ਸਾਜ਼ਾਂ ਨੂੰ ਸਜਾਉਣ ਵਾਲੇ ਆਪ ਜੀ ਹੋ। ਜਿਵੇਂ ਕੋਈ ਰਾਗੀ ਕੀਰਤਨ ਕਰਦਾ ਹੈ, ਬੜਾ ਸੋਹਣਾ ਸਾਜ਼ ਵਜਾਉਂਦਾ ਹੈ, ਤਾਂ ਉਸ ਨੂੰ ਵੀ ਵਜਾਉਣ ਵਾਲੇ, ਸਜਾਉਣ ਵਾਲੇ, ਚੇਤਨ ਸੱਤਾ ਭਰਨ ਵਾਲੇ ਆਪ ਜੀ ਹੋ। ਜੋ 5 ਤੱਤਾਂ ਤੋਂ ਇਹ ਸਰੀਰ ਸਾਜਿਆ ਹੈ, ਤੱਤ ਬਣਾਉਣ ਵਾਲੇ ਵੀ ਆਪ ਜੀ ਹੋ ਅਤੇ ਤੱਤਾਂ ਤੋਂ ਸਰੀਰ ਦਾ ਨਿਰਮਾਣ ਕਰਨ ਵਾਲੇ ਆਪ ਜੀ ਹੋ। ਆਪ ਜੀ ਨੂੰ ਨਮਸਕਾਰ ਹੈ। ਨਮੋ ਸਹਾ ਸਵਾਹੇ ਸ਼ਾਹੂਕਾਰਾਂ ਦੇ ਵੀ ਸ਼ਾਹੂਕਾਰ ਆਪ ਜੀ ਹੋ। ਵਿਸ਼ਨੂੰ ਆਦਿਕ ਜੋ ਕੁਬੇਰ ਆਦਿਕ ਸ਼ਾਹੂਕਾਰ ਨੇ, ਇਹਨਾਂ ਦੇ ਵੀ ਆਪ ਜੀ ਵੱਡੇ ਸ਼ਾਹੂਕਾਰ ਹੋ। ਸਾਹੇ ਇਹਨਾਂ ਤੋਂ ਵੀ ਆਪ ਜੀ ਵੱਡੇ ਹੋ। ਨਮੋ ਸਾਹ ਸਾਹੇ ਜੋ ਸੰਤ ਰੂਪੀ ਸ਼ਾਹੂਕਾਰ ਨੇ, ਇਹਨਾਂ ਨੂੰ ਵੀ ਨਾਮ ਰੂਪੀ ਧਨ ਦੇਣ ਵਾਲੇ ਹੋ। ਭਾਗ ਠੜੇ ਹਰ ਸੰਤ ਤੁਮਾਰੇ, ਜਿਨ ਘਰ ਧਨ ਹਰ ਨਾਮਾ। ਨਮੋ ਮਾਹ ਮਾਹੇ ਮਾਹ ਕਹਿੰਦੇ ਨੇ ਚੰਦ ਨੂੰ, ਆਪ ਜੀ ਚੰਦ ਦੇ ਵੀ ਮਾਹੇ, ਚੰਦਰਮਾ ਰੂਪ ਹੋ। ਮਾਹ ਕਹਿੰਦੇ ਨੇ ਵੱਡੇ ਨੂੰ, ਆਪ ਜੀ ਵੱਡਿਆਂ ਤੋਂ ਵੱਡੇ ਹੋ। ਮਾਹ ਆਪ ਜੀ ਗਿਆਤ ਰੂਪ ਹੋ। ਮਾਹ ਕਹਿੰਦੇ ਨੇ ਅੰਤ ਨੂੰ, ਆਪ ਜੀ ਅੰਤ ਦੇ ਵੀ ਮਾਹੇ, ਅੰਤ ਕਰਨ ਵਾਲੇ ਹੋ। ਮਾਹ ਕਹਿੰਦੇ ਨੇ ਮਹੀਨਿਆਂ ਨੂੰ, ਸਾਰੇ ਮਹੀਨਿਆਂ ਵਿੱਚ ਆਪ ਜੀ ਹੋ। ਆਪ ਜੀ ਚੰਦਰਮਾ ਦੇ ਵੀ ਪ੍ਰਕਾਸ਼ ਰੂਪ ਹੋ। ਆਪ ਜੀ ਨੂੰ ਨਮਸਕਾਰ ਹੈ। ਨਮੋ ਗੀਤ ਗੀਤੇ ਗੀਤਾ ਅੰਦਰ ਗੀਤ ਰੂਪ ਹੋ। ਗੀਤਾ ਵਿੱਚ ਜੋ ਬਚਨ ਨੇ, ਉਹਨਾਂ ਬਚਨਾਂ ਅੰਦਰ ਵੀ ਆਪ ਜੀ ਬਚਨ ਰੂਪ ਹੋ। ਗਵਈਆਂ ਨੂੰ ਗਾਉਣ ਦੀ ਸ਼ਕਤੀ ਦੇਣ ਵਾਲੇ ਹੋ। ਗੀਤਾ ਵਿੱਚ ਗਾਇਨ ਰੂਪ, ਜਸਵਾਨਾਂ ਵਿੱਚ ਜਸ ਰੂਪ ਆਪ ਜੀ ਹੋ। ਗੀਤ ਗੀਤਾ ਦਾ ਨਾਮ ਹੈ, ਗਤਾ ਦਾ ਨਾਮ ਨਹੀਂ। ਗਤਾ ਜਿਵੇਂ ਤਬਲੇ ਦੀ ਤਾਲਾਂ ਜਾਂ ਤਬਲਾ ਵਜਾਉਣਾ ਜਾਂ ਸਾਜ਼, ਇੱਦਾਂ ਨਹੀਂ। ਜੋ ਮੁੱਖੋਂ ਇਕੱਲਾ ਜਸ ਉਚਾਰਨ ਕਰਨਾ ਹੈ, ਮੁੱਖੋਂ ਬੋਲਣਾ ਹੈ, ਗੀਤ। ਗਿਆਤਾ ਗਿਆਤਿਆਂ ਵਿੱਚ ਆਪ ਜੀ ਗਿਆਤਾ ਰੂਪ ਹੋ। ਸਾਰਿਆਂ ਨੂੰ ਜਾਣਨ ਵਾਲੇ ਹੋ। ਗਿਆਨੀਆਂ ਦੇ ਵੀ ਆਪ ਜੀ ਗਿਆਨੀ ਹੋ। ਨਮਸਕਾਰ ਹੈ। ਨਮੋ ਪ੍ਰੀਤ ਪ੍ਰੀਤੇ ਪ੍ਰੀਤ ਕਰਨ ਵਾਲਿਆਂ ਵਿੱਚ ਤੂੰ ਹੀ ਪ੍ਰੀਤ ਕਰਨ ਵਾਲਾ ਹੈ। ਹੋਰ ਤੇ 1-2 ਦਿਨ ਪ੍ਰੀਤੀ ਕਰਕੇ ਛੱਡ ਜਾਂਦੇ ਨੇ, ਜਦੋਂ ਦੁੱਖ ਆਇਆ ਤਾਂ ਛੱਡ ਜਾਂਦੇ ਨੇ, ਪਰ ਆਪ ਜੀ ਪ੍ਰੀਤਾਂ ਵਿੱਚੋਂ ਵੀ ਪ੍ਰੀਤ ਕਰਨ ਵਾਲਾ ਤੂੰ ਹੀ ਹੈ। ਪ੍ਰੀਤ ਕਰਨ ਵਾਲੀਆਂ ਜਿੰਨੀਆਂ ਚੀਜ਼ਾਂ ਨੇ, ਸਭ ਤੋਂ ਜ਼ਿਆਦਾ ਵੱਡੇ ਪ੍ਰੀਤ ਕਰਨ ਵਾਲੇ ਹੋ। ਨਮਸਕਾਰ ਹੈ। ਨਮੋ ਰੋਖ ਰੋਖੇ ਰੋਖ ਕਹਿੰਦੇ ਨੇ ਰੋਹ ਨੂੰ,
ਰੋਖ ਗੁੱਸੇ ਵਾਲਿਆਂ ਵਿੱਚ ਆਪ ਜੀ ਰੋਖੇ ਰੋਹ ਉਤਾਰਨ ਵਾਲੇ ਹੋ, ਰੋਹ ਰੂਪ ਹੋ। ਜਿਵੇਂ ਦਰਬਾਰੀ ਕਵੀ ਅੰਮ੍ਰਿਤ ਰਾਏ ਲਿਖਦਾ ਹੈ, ਕਰ ਅਰ ਰੁੰਡ ਮੁੰਡ ਰੁਦਰ ਰਸ ਭਰਿਓ ਚੁੰਡ, ਫੌਜਣ ਸੁਧਾਰਨੇ ਕੋ ਵੀਰ ਰਸ ਕੀਨੋ ਹੈ। ਕਦੇ ਮਹਾਰਾਜ ਨੇ ਆਪਣੀ ਫੌਜਾਂ ਨੂੰ ਸੁਧਾਰਨੇ ਵਾਸਤੇ ਖਾਲਸੇ ਵਿੱਚ ਵੀਰ ਰਸ ਭਰਿਆ ਹੈ। ਇੱਕ ਹੁੰਦਾ ਹੈ ਰੁਦਰ ਰਸ, ਇਹ 9 ਰਸ ਜਿਹੜੇ ਹੁੰਦੇ ਨੇ, ਇੱਕ ਹੁੰਦਾ ਰੁਦਰ ਰਸ, ਇੱਕ ਹੁੰਦਾ ਵੀਰ ਰਸ, ਦੋਹਾਂ ਵਿੱਚ ਫਰਕ ਹੈ। ਰੁਦਰ ਰਸ ਹੁੰਦਾ ਹੈ ਗੁੱਸਾ, ਜਿਵੇਂ ਗੁੱਸੇ ਵਿੱਚ ਹੋਸ਼ ਨਹੀਂ ਰਹਿੰਦੀ ਬੰਦੇ ਨੂੰ। ਵੀਰ ਰਸ ਹੁੰਦਾ ਹੈ ਜਿਸ ਵਿੱਚ ਹੋਸ਼ ਹੁੰਦੀ ਹੈ। ਮਹਾਰਾਜ ਨੇ ਖਾਲਸੇ ਵਿੱਚ ਵੀਰ ਰਸ ਭਰਿਆ ਹੈ, ਹੋਸ਼ ਵੀ ਹੈ ਖਾਲਸੇ ਵਿੱਚ। ਜੇ ਕੋਈ ਨਿਹੱਥਾ ਹੋ ਗਿਆ ਤਾਂ ਨਿਹੱਥੇ 'ਤੇ ਵਾਰ ਨਹੀਂ ਕਰਦੇ, ਕਿਸੇ ਇਸਤਰੀ 'ਤੇ ਬੱਚੇ 'ਤੇ ਵਾਰ ਨਹੀਂ ਕਰਦੇ, ਜਿਹੜਾ ਰਣ ਛੱਡ ਕੇ ਭੱਜ ਗਿਆ ਉਹਦੇ 'ਤੇ ਵਾਰ ਨਹੀਂ ਕਰਦੇ। ਵੀਰ ਰਸ ਖਾਲਸੇ ਵਿੱਚ ਪਰਮਾਤਮਾ ਨੇ ਭਰਿਆ ਹੈ। ਸੱਚੇ ਪਾਤਸ਼ਾਹ ਜੀ ਆਪ ਜੀ ਰੋਖ ਰੋਖੇ ਗੁੱਸੇ ਵਾਲਿਆਂ ਵਿੱਚ ਆਪ ਜੀ ਰੋਹ ਉਤਾਰਨ ਵਾਲੇ ਹੋ, ਅਤੇ ਹਰਨਾਕਸ਼ ਨੂੰ ਹਰਨਾਕਸ਼ ਨਖੈ ਵਿਦਾਰਿਆ, ਨਰਸਿੰਘ ਰੂਪ ਹੋ ਕੇ ਹਰਨਾਕਸ਼ ਨੂੰ ਮਾਰਿਆ। ਰੋਖੇ ਰੁੱਖਾਂ ਵਿੱਚ ਆਪ ਜੀ ਰੁੱਖ ਰੂਪ ਹੋ, ਗੁੱਸਾ ਕਰਨ ਵਾਲਿਆਂ ਵਿੱਚ ਵੀ ਆਪ ਜੀ ਰੋਸ ਰੂਪ ਹੋ ਕੇ ਜੋ ਤਮੋ ਬਿਰਤੀ ਹੈ, ਤਮੋ ਗੁਣ ਨੂੰ ਪ੍ਰਕਾਸ਼ਿਤ ਕਰਨ ਵਾਲੇ ਹੋ। ਨਮਸਕਾਰ ਹੈ। ਨਮੋ ਸੋਖ ਸੋਖੇ। ਸੋਖ ਜੋ ਸੂਰਜ ਹੈ, ਸਾਰਿਆਂ ਨੂੰ ਸੋਖੇ ਸੁਖਾਉਣ ਵਾਲਾ ਹੈ, ਭਾਵ ਕੇ ਸੁਕਾ ਦਿੰਦਾ ਹੈ, ਉਸ ਨੂੰ ਵੀ ਸੁਕਾਉਣ ਵਾਲੇ ਪਰਮਾਤਮਾ ਆਪ ਹੋ। ਸੁੱਖਾਂ ਵਿੱਚ ਸੁੱਖਾਂ ਰੂਪ ਆਪ ਜੀ ਹੋ, ਸੁਖੀਆਂ ਨੂੰ ਵੀ ਸੁਕਾਉਣ ਵਾਲੇ, ਨਾਸ਼ ਕਰਨ ਵਾਲੇ ਆਪ ਜੀ ਹੋ। ਨਮਸਕਾਰ ਹੈ। ਨਮੋ ਸਰਬ ਰੋਗੇ। ਸਾਰਿਆਂ ਰੋਗਾਂ ਵਿੱਚ ਸਿੱਧੀ ਕਰਨ, ਸਾਰਿਆਂ ਰੋਗਾਂ ਦੀ ਸਿੱਧੀ ਕਰਨ ਵਾਲਾ ਹੈ। ਆਪ ਜੀ ਅਰੋਗ ਹੋ। ਆਪ ਜੀ ਸਾਰਿਆਂ ਨੂੰ ਮ੍ਰਿਤੂ ਰੂਪ, ਮੌਤ ਰੂਪ ਰੋਗ ਚੰਬੇੜਨ ਵਾਲੇ ਹੋ। ਸਾਰੇ ਲੋਕ ਰੋਗੀ ਹਨ, ਤੂੰ ਰੋਗਾਂ ਨੂੰ ਚੰਬੇੜਨ ਵਾਲਾ ਹੈ। ਜਿਹਨੂੰ ਚਾਹੇ ਰੋਗ ਲਾ ਸਕਦਾ ਹੈ, ਜਿਹਨੂੰ ਚਾਹੇ ਰੋਗ ਦੂਰ ਕਰ ਸਕਦਾ ਹੈ। ਜੀਵ ਦੀ ਕਰਨੀ ਅਨੁਸਾਰ ਉਸ ਨੂੰ ਰੋਗ ਲਾ ਵੀ ਦਿੰਦਾ ਹੈ। ਜਦੋਂ ਕੋਈ ਮਾੜਾ ਬੰਦਾ ਬੜੇ ਮਾੜੇ ਕਰਮ ਕਰਦਾ ਹੈ, ਬੜੇ ਮਾੜੇ ਕਰਮ ਭੋਗਦਾ ਹੈ, ਵਿਸ਼ੇ ਵਿਕਾਰ ਭੋਗਦਾ ਹੈ, ਤਾਂ ਉਸ ਨੂੰ ਐਸਾ ਰੋਗ ਲੱਗ ਜਾਂਦਾ ਹੈ ਜਿਹਦਾ ਫਿਰ ਦੁਨੀਆ ਦਾ ਕੋਈ ਡਾਕਟਰ ਵੀ ਉਸ ਦਾ ਇਲਾਜ ਨਹੀਂ ਕਰ ਸਕਦਾ। ਆਪ ਜੀ ਕਰਨੀ ਅਨੁਸਾਰ ਰੋਗ ਲਾਉਣ ਵਾਲੇ ਵੀ ਹੋ। ਨਮਸਕਾਰ ਹੈ। ਨਮੋ ਸਰਬ ਭੋਗੇ। ਸਾਰਿਆਂ ਦਾ ਭੋਗ ਪਾਉਣ ਵਾਲੇ ਹੋ, ਸਭ ਭੋਗਾਂ ਨੂੰ ਲਾਉਣ ਵਾਲੇ ਹੋ। ਨਮਸਕਾਰ ਹੈ। ਨਮੋ ਸਰਬ ਜੀਤੰ। ਸਾਰਿਆਂ ਨੂੰ ਜਿੱਤਣ ਵਾਲੇ ਹੋ, ਸਾਰੇ ਤੇਰੇ ਆਸਰੇ ਜਿਉਂਦੇ ਨੇ। ਨਮਸਕਾਰ ਹੈ। ਨਮੋ ਸਰਬ ਭੀਤੰ। ਸਾਰਿਆਂ ਦੇ ਅੰਦਰ ਤੁਸੀਂ ਹੋ, ਭੈ ਦੇਣ ਵਾਲੇ ਹੋ। ਨਮਸਕਾਰ ਹੈ। ਨਮੋ ਸਰਬ ਗਿਆਨੰ। ਸਾਰਿਆਂ ਦਾ ਗਿਆਨ ਸਰੂਪ ਹੋ, ਸਾਰਿਆਂ ਨੂੰ ਗਿਆਨ ਦੇਣ ਵਾਲੇ ਹੋ, ਅਤੇ ਗਿਆਤਾ ਵਿੱਚੋਂ ਵੱਡੇ ਗਿਆਨ ਰੂਪ ਹੋ। ਸਾਰਿਆਂ ਵਿੱਚ ਆਪ ਜੀ ਗਿਆਨ ਰੂਪ ਹੋ, ਵਿਵਹਾਰਕ ਕੋਈ ਪਰਮਾਰਥ ਦਾ ਗਿਆਨ ਸਭ ਵਿੱਚ ਆਪ ਹੋ, ਸਭ ਨੂੰ ਗਿਆਨ ਦੇਣ ਵਾਲੇ ਹੋ। ਨਮਸਕਾਰ ਹੈ। ਨਮੋ ਪਰਮ ਤਾਨੰ। ਵੱਡੇ ਬਲ ਵਾਲੇ ਹੋ, ਵੱਡੇ ਸਰੀਰ ਵਾਲੇ ਹੋ, ਪਰਮ ਵੱਡੇ ਤਾਨੰ, ਭਾਵ ਕੇ ਪਸਰੇ ਹੋਏ ਹੋ ਸਾਰੇ ਪਾਸੇ, ਅਤੇ ਸਾਰਿਆਂ ਨੂੰ ਤਾਨਣ ਵਾਲੇ ਹੋ। ਨਮਸਕਾਰ ਹੈ। ਨਮੋ ਸਰਬ ਮੰਤਰੰ। ਸਾਰੇ ਮੰਤਰਾਂ ਵਿੱਚ ਮੰਤਰ ਰੂਪ ਤੁਸੀਂ ਹੋ। ਨਮੋ ਸਰਬ ਮੰਤਰੰ, ਸਾਰਿਆਂ ਨੂੰ ਸਲਾਹ ਦੇਣ ਵਾਲੇ ਤੁਸੀਂ ਹੋ। ਨਮਸਕਾਰ ਹੈ। ਨਮੋ ਸਰਬ ਜੰਤਰੰ। ਰਿਦਿਆ ਰੂਪ ਕਾਗਜ਼ਾਂ 'ਤੇ ਕਰਮਾ ਰੂਪ ਅੰਕੁਰ ਪਾਉਣ ਵਾਲੇ ਤੁਸੀਂ ਹੋ। ਜੰਤਰੀ ਰੂਪ ਹੋ, ਜੀਵਾ ਰੂਪ ਵਾਜੇ ਆਪ ਦੇ ਹਨ। ਨਮਸਕਾਰ ਹੈ। ਨਮੋ ਸਰਬ ਦ੍ਰਿਸ਼ੰ। ਨਮੋ ਸਰਬ ਦ੍ਰਿਸ਼ੰ, ਦ੍ਰਿਸ਼ਟਾ ਰੂਪ ਹੋ, ਸਭ ਦੀ ਦ੍ਰਿਸ਼ਟੀ ਅੰਦਰ ਦ੍ਰਿਸ਼ ਰੂਪ ਹੋ। ਨਮਸਕਾਰ ਹੈ। ਨਮੋ ਸਰਬ ਕ੍ਰਿਸ਼ੰ। ਸਭ ਅੰਦਰ ਕ੍ਰਿਸ਼ ਕਹਿੰਦੇ ਨੇ ਮੜੱਪਣ ਪੁਣਾ। ਮੜੱਪਣ ਜਿਵੇਂ ਕੋਈ ਪਤਲਾ ਮਾੜਾ ਜਿਹਾ ਕਮਜ਼ੋਰ ਹੁੰਦਾ ਹੈ, ਉਹ ਵੀ ਤੁਸੀਂ ਹੀ ਸਾਰਿਆਂ ਦੇ ਅੰਦਰ ਹੋ। ਸਰਬ ਦੇ ਸਭ ਨੂੰ ਖਿੱਚਣ ਵਾਲੇ ਹੋ। ਆਪ ਜੀ ਅੰਦਰ ਐਸੀ ਆਕਰਸ਼ਣ ਸ਼ਕਤੀ ਹੈ, ਸਾਰਿਆਂ ਨੂੰ ਆਪਣੇ ਵੱਲ ਖਿੱਚ ਲੈਂਦੇ ਹੋ। ਸਾਰੀ ਕ੍ਰਿਸ਼ਨ ਕਹਿੰਦੇ ਨੇ ਖੇਤੀ ਨੂੰ, ਸੰਸਕ੍ਰਿਤ ਭਾਸ਼ਾ ਵਿੱਚ ਕ੍ਰਿਸ਼ ਕਹਿੰਦੇ ਨੇ,
ਤੇ ਸਾਰੇ ਸੰਸਾਰ ਰੂਪ ਖੇਤੀ ਆਪ ਜੀ ਦੀ ਹੈ। ਨਮਸਕਾਰ ਹੈ। ਨਮੋ ਸਰਬ ਰੰਗੀ ਸਾਰੇ ਰੰਗਾਂ ਵਿੱਚ ਹੋ, ਸਭ ਤੇਰੇ ਨਾਲ ਪ੍ਰੇਮ ਕਰਦੇ ਨੇ, ਤੂੰ ਸਭ ਨਾਲ ਪ੍ਰੇਮ ਕਰਦਾ ਹੈ। ਰਜੋ ਤਮੋ ਸਤੋ ਗੁਣ, ਇਹਨਾਂ ਰੰਗਾਂ ਵਿੱਚ ਆਪ ਜੀ ਹੋ। ਨਮਸਕਾਰ ਹੈ। ਭੰਗੀ ਅਨੰਗੀ ਤਿੰਨਾਂ ਲੋਕਾਂ ਨੂੰ ਨਾਸ਼ ਕਰਨ ਵਾਲੇ ਹੋ। ਪੇਟ ਵਿੱਚ 3 ਬਲਾਂ ਵਾਲਾ ਜਿਵੇਂ ਵਿਸ਼ਨੂੰ ਦਾ ਸਰੂਪ ਹੈ, ਸੁੰਦਰ ਸਰੂਪ ਹੋ। ਜਿਹੜੇ ਆਪ ਜੀ ਨੇ ਅਵਤਾਰ ਪੈਦਾ ਕੀਤੇ ਨੇ, ਉਹਨਾਂ ਦਾ ਇੰਨਾ ਸੁੰਦਰ ਸਰੂਪ ਹੈ, ਤਾਂ ਪਰਮਾਤਮਾ ਤੇਰਾ ਕਿੰਨਾ ਸੁੰਦਰ ਸਰੂਪ ਹੋਵੇਗਾ। ਕਿ ਸੁੰਦਰ ਸਰੂਪ ਹੋ, ਕਿ ਭੂਪਨ ਕੇ ਭੂਪ ਹੋ। ਆਪ ਜੀ ਦਾ ਕਿੱਡਾ ਸੁੰਦਰ ਸਰੂਪ ਹੋਵੇਗਾ ਜੇ ਆਪ ਜੀ ਨੇ ਜਿਹੜੇ ਅਵਤਾਰ ਬਣਾਏ ਨੇ ਉਹਨਾਂ ਦਾ ਇੰਨਾ ਸੁੰਦਰ ਸਰੂਪ ਹੈ। ਜਿਹੜਾ ਬ੍ਰਹਮੇ ਆਦਿਕ ਨੇ, ਤਿੰਨਾਂ ਨੂੰ ਭੰਨਣ ਵਾਲੇ ਆਪ ਜੀ ਹੋ। ਤਿੰਨਾਂ ਗੁਣਾਂ ਨੂੰ ਮੇਟਣ ਵਾਲੇ, ਰਜੋ ਤਮੋ ਸਤੋ ਗੁਣ ਨੂੰ ਮੇਟਣ ਵਾਲੇ ਆਪ ਜੀ ਹੋ। ਨਮਸਕਾਰ ਹੈ। ਨਮੋ ਜੀਵ ਜੀਵੰ ਜੀਵਾਂ ਦਾ ਜੀਵਨ ਰੂਪ ਹੋ। ਜੀਵਾਂ ਵਿੱਚ ਜੀਵ ਪੁਣਾ ਰੂਪ ਆਪ ਦਾ ਹੀ ਹੈ। ਜੀਆ ਅੰਦਰ ਚੇਤਨ ਰੂਪ, ਚੇਤਨ ਸੱਤਾ ਦੇਣ ਵਾਲੇ ਆਪ ਜੀ ਹੋ। ਨਮਸਕਾਰ ਹੈ। ਨਮੋ ਬੀਜ ਬੀਜੇ ਬੀਜੇ ਸੂਖਮ ਤੱਤਾਂ ਵਿੱਚ ਸੂਖਮ ਰੂਪ ਹੋ। ਬੀਜੇ ਜੋ ਕਾਰਨ ਪ੍ਰਕਿਰਤੀ ਆਦਿਕ ਮੰਨੇ ਹਨ, ਇਹਨਾਂ ਦਾ ਵੀ ਬੀਜ ਰੂਪ ਕਾਰਨ ਰੂਪ ਆਪ ਜੀ ਹੋ। ਜਿਵੇਂ ਮਾਂ ਕੀ ਰਗਤ ਪਿਤਾ ਬਿੰਦ ਧਾਰਾ, ਮੂਰਤ ਸੂਰਤ ਕਰ ਆਪਾਰਾ। ਮਾਂ ਕੀ ਰਗਤ ਪਿਤਾ ਬਿੰਦ ਧਾਰਾ, ਪਿਤਾ ਦੀ ਬਿੰਦ ਤੋਂ ਤੇ ਮਾਂ ਦੀ ਰਗਤ ਤੋਂ ਸੰਬੰਧ ਬਣਨ ਤੋਂ ਫਿਰ ਬੱਚੇ ਦਾ ਜਨਮ ਹੁੰਦਾ ਹੈ। ਪਿਤਾ ਕਾਰਨ ਰੂਪ ਹੈ ਜਿਸ ਦੀ ਬਿੰਦ ਹੈ, ਤੇ ਮਾਤਾ ਕਰਨ ਰੂਪ ਹੈ ਜਿਸ ਦੇ ਦੁਆਰਾ ਬੱਚੇ ਦਾ ਜਨਮ ਹੋਇਆ, ਤੇ ਬੱਚਾ ਕਾਰਜ ਰੂਪ ਹੈ। ਇਸੇ ਤਰ੍ਹਾਂ ਸੱਚੇ ਪਾਤਸ਼ਾਹ ਜੀਓ ਜੋ ਪ੍ਰਕਿਰਤੀ ਦਾ ਕਾਰਨ ਹੈ, ਜਿਸ ਕਰਕੇ ਪ੍ਰਕਿਰਤੀ ਪੈਦਾ ਹੋਈ ਹੈ, ਉਹ ਵੀ ਬੀਜ ਰੂਪ ਤੁਸੀਂ ਹੀ ਹੋ। ਆਪ ਜੀ ਨੂੰ ਨਮਸਕਾਰ ਹੈ। ਅਖਿਜੇ ਅਭਿਜੇ ਆਪ ਜੀ ਖਿਜਣ ਤੋਂ ਰਹਿਤ ਹੋ। ਆਪ ਜੀ ਦੁਖੀ ਨਹੀਂ ਹੁੰਦੇ, ਇੱਕ ਰਸ ਰਹਿੰਦੇ ਹੋ। ਆਪਾਂ ਨੂੰ ਕੋਈ ਬਾਰ-ਬਾਰ ਬੁਲਾਈ ਜਾਵੇ ਜਾਂ ਆਪਾਂ ਨੂੰ ਕੋਈ ਤੰਗ ਕਰੇ, ਆਪਾਂ ਖਿਝ ਜਾਂਦੇ ਹਾਂ, ਗੁੱਸਾ ਵੀ ਕਰਦੇ ਹਾਂ, ਦੁਖੀ ਹੋ ਜਾਂਦੇ ਹਾਂ ਕਿ ਕਿਉਂ ਮੈਨੂੰ ਬਾਰ-ਬਾਰ ਛੇੜੀ ਜਾਂਦਾ ਹੈ। ਆਪ ਜੀ ਖਿਜਣ ਤੋਂ ਰਹਿਤ ਹੋ। ਖਿਜ ਹੋ। ਅਭਿਜੇ ਸਾਧਨਾ ਰੂਪ ਵਿਖਾਵਾ ਦੇਖ ਕੇ ਆਪ ਜੀ ਭਿੱਜਦੇ ਨਹੀਂ। ਆਪ ਜੀ ਸਿਰਫ ਮਨ ਦੇਖਦੇ ਹੋ। ਆਪ ਜੀ ਉਤਲਾ ਭੇਖ ਦੇਖ ਕੇ ਭਿੱਜਦੇ ਨਹੀਂ। ਜਾਂ ਪਖੰਡ ਨਾਲ ਆਪ ਜੀ ਨਹੀਂ ਭਿੱਜਦੇ, ਅਭਿਜ ਹੋ। ਮਸਤੰ ਪ੍ਰਸਿਜੇ ਸਾਰਿਆਂ ਨੂੰ ਪ੍ਰਸੰਨ ਕਰਨ ਵਾਲਾ ਹੈ, ਸਭ ਤੇ ਪ੍ਰਸੀਜਣੇ ਵਾਲਾ ਹੈ, ਦਇਆ ਕਰਨ ਵਾਲਾ ਹੈ, ਢਲਣ ਵਾਲਾ ਹੈ, ਸਾਪਰ ਕਿਰਪਾ ਦ੍ਰਿਸ਼ਟ ਕਰ ਫੂਲਾ। ਨਮਸਕਾਰ ਹੈ। ਕਿਰਪਾਲੰ ਸਰੂਪੇ ਕਿਰਪਾਲੂ ਸਰੂਪ ਹੋ, ਕਿਰਪਾ ਦੇ ਘਰ ਹੋ। ਕਰਮੰ ਪਰਨਾਸੀ ਖੋਟੇ ਕਰਮਾਂ ਨੂੰ, ਖੋਟੇ ਜੀਵਾਂ ਨੂੰ ਨਾਸ਼ ਕਰਨ ਵਾਲੇ ਹੋ। ਸਦਾ ਸਰਬਦਾ ਰਿੱਧ ਸਿੱਧੰ ਨਿਵਾਸੀ ਜਿੰਨੀ ਵੀ ਰਿੱਧੀਆਂ ਨੇ, ਜਿਵੇਂ ਅੰਨ ਦੀ ਤੋਟ ਨਾ ਆਉਣ ਦੇਣੀ। ਜਿਵੇਂ ਭਾਈ ਰੂਪ ਚੰਦ ਜੀ ਰੂਪੇ ਵਾਲੇ, ਉਹ ਬਾਢਿਆਂ ਨੂੰ ਪ੍ਰਸ਼ਾਦਾ ਲੈ ਕੇ ਜਾ ਰਹੇ ਸਨ ਕਿ ਰਾਸਤੇ ਵੀ ਇੱਕ ਫੌਜੀ ਦਸਤਾ ਮਿਲ ਗਿਆ ਜੋ ਲਾਹੌਰ ਤੋਂ ਆ ਰਿਹਾ ਸੀ। ਉਹ ਭਾਈ ਸਾਹਿਬ ਤੋਂ ਪ੍ਰਸ਼ਾਦੇ ਖਾਣ ਲੱਗੇ। ਭਾਈ ਸਾਹਿਬ ਕਹਿੰਦੇ ਇਸ ਤਰ੍ਹਾਂ ਤਾਂ ਤੁਸੀਂ 1-2 ਹੀ ਰੱਜੋਗੇ, ਸਾਰਿਆਂ ਨੂੰ ਰੱਜ ਨਹੀਂ ਆਉਣਾ। ਕਦੇ ਇੱਦਾਂ ਕਰੋ, ਪੰਗਤਾਂ ਲਾ ਕੇ ਬੈਠ ਜਾਓ। ਸਾਰਿਆਂ ਨੂੰ ਪੰਗਤਾਂ ਲਾ ਕੇ ਬਿਠਾ ਦਿੱਤਾ, ਸਾਰਿਆਂ ਨੂੰ ਪ੍ਰਸ਼ਾਦਾ ਛਕਾਤਾ, ਅਤੇ ਬਾਅਦ ਵਿੱਚ ਬਾਢਿਆਂ ਨੂੰ ਵੀ ਪ੍ਰਸ਼ਾਦਾ ਛਕਾ ਕੇ ਤ੍ਰਿਪਤ ਕੀਤਾ। ਅੰਨ ਦੀ ਤੋਟ ਨਹੀਂ ਆਈ। ਜਿਨੀ ਸੱਚੇ ਪਾਤਸ਼ਾਹ ਜੀ ਉਹ ਸਦਾ ਸਰਬਦਾ ਸਾਰੇ ਕਾਲਾਂ ਵਿੱਚ ਆਪ ਜੀ ਦੇ ਅੰਦਰ ਰਿੱਧੀਆਂ ਸਿੱਧੀਆਂ ਨਿਵਾਸ ਕਰਦੀਆਂ ਹਨ। ਆਪ ਜੀ ਰਿੱਧੀ ਸਿੱਧੀਆਂ ਨੂੰ ਦੇਣ ਵਾਲੇ ਹੋ। ਆਪ ਜੀ ਸਿੱਧੀਆਂ ਦੇ ਘਰ ਹੋ। ਚਰਪਟ ਛੰਦ ਤਵੈ ਪ੍ਰਸਾਦ ਮਹਾਰਾਜ ਕਹਿੰਦੇ ਇਹ ਚਰਪਟ ਛੰਦ ਹੁਣ ਤੇਰੀ ਕਿਰਪਾ ਸੇ ਲਿਖਣ ਲੱਗਾ ਹਾਂ। ਇਹ ਚਰਪਟ ਛੰਦ ਇਹਦੇ ਵਿੱਚ ਸਗਨ ਜਾਂ ਗੁਰੂ, 2 ਗੁਰੂ, ਇੱਦਾਂ ਇਹ ਚਰਨ ਹੁੰਦੇ ਨੇ। ਮਾਤਰਕ ਵੀ ਹੁੰਦਾ ਹੈ, ਯਗਨਗਨ ਵੀ ਹੁੰਦਾ ਹੈ। ਇਹ ਚਰਪਟ ਛੰਦ ਮਹਾਰਾਜ ਲਿਖਣ ਲੱਗੇ ਨੇ। ਅੰਮ੍ਰਿਤ ਕਰਮੇ ਕਰਮੇ ਆਪ ਕਰਮ ਬਖਸ਼ੀ ਕਰਨ ਕਰਕੇ ਸਭ ਤੇ ਕਰਮ ਬਖਸ਼ੀ ਕਰਦੇ ਹੋ, ਕਿਰਪਾ ਕਰਨ ਵਾਲੇ ਹੋ। ਅਤੇ ਕਿਰਪਾ ਕਰਕੇ ਆਪ ਜੀ ਮੌਤ ਤੋਂ ਰਹਿਤ ਵੀ ਕਰ ਦਿੰਦੇ ਹੋ। ਅੰਮ੍ਰਿਤ ਕਰ ਮੇ, ਕਰ ਕਹਿੰਦੇ ਨੇ ਹੱਥ ਨੂੰ। ਆਪ ਜੀ ਦੇ ਹੱਥ ਵਿੱਚ ਅੰਮ੍ਰਿਤ ਹੈ।
ਆਪਣੇ ਹੱਥਾਂ ਵਿੱਚ ਅੰਮ੍ਰਿਤ ਪਕੜਿਆ ਹੋਇਆ ਹੈ, ਜਿਸ ਨੂੰ ਪਿਆਉਂਦੇ ਹੋ ਅਮਰ ਹੋ ਜਾਂਦਾ ਹੈ। ਹੁਣ ਖਾਲਸੇ ਨੂੰ ਪਿਆਇਆ ਤਾਂ ਖਾਲਸੇ ਨੂੰ ਅਮਰ ਕਰ ਦਿੱਤਾ। ਜਦੋਂ ਚਿੜੀਆਂ ਨੂੰ ਅੰਮ੍ਰਿਤ ਛਕਾਇਆ, ਅੰਮ੍ਰਿਤ ਜਦੋਂ ਆਨੰਦ ਸਾਹਿਬ ਦੀ ਬਾਣੀ ਆਰੰਭ ਕੀਤੀ ਤਾਂ ਥੋੜ੍ਹਾ ਜਿਹਾ ਅੰਮ੍ਰਿਤ ਪੱਤੇ 'ਤੇ ਪਾ ਕੇ ਰੱਖ ਦਿੱਤਾ। ਉਹ ਚਿੜੀ ਨੇ ਪੀਤਾ ਅਤੇ ਚਿੜੀਆਂ ਨੇ ਬਾਜਾਂ ਨੂੰ ਵੀ ਮਾਤ ਪਾ ਦਿੱਤੀ। ਐਸੀ ਅੰਮ੍ਰਿਤ ਦੀ ਸ਼ਕਤੀ ਹੈ। ਉਹ ਅੰਮ੍ਰਿਤ ਨੂੰ ਪੀਣੇ ਕਰਕੇ, ਜਿਹੜੇ ਅੰਮ੍ਰਿਤ ਨੂੰ ਛਕਣੇ ਕਰਕੇ ਇੱਕ ਇੱਕ ਸਿੰਘ ਲੱਖਾਂ ਲੱਖਾਂ ਨਾਲ ਲੜ ਪਿਆ, ਲੱਖਾਂ ਲੱਖਾਂ ਨੂੰ ਮਾਤ ਪਾ ਦਿੱਤੀ। ਇਹ ਅੰਮ੍ਰਿਤ ਦੀ ਸ਼ਕਤੀ ਹੈ। ਅੰਮ੍ਰਿਤ ਦੀ ਸ਼ਕਤੀ ਨਾਲ ਬਾਬਾ ਦੀਪ ਸਿੰਘ ਜੀ ਬਿਨਾਂ ਸੀਸ ਤੋਂ ਲੜੇ। ਭਾਈ ਮਨੀ ਸਿੰਘ ਨੇ ਬੰਦ ਕਟਵਾ ਲਏ, ਪਰ ਮੁੱਖ ਵਿੱਚੋਂ ਸੀ ਨਹੀਂ ਨਿਕਲੀ। ਭਾਈ ਤਾਰੂ ਸਿੰਘ ਜੀ ਨੇ ਖੋਪਰ ਲਿਹਾ ਲਿਆ, ਪਰ ਮੁੱਖੋਂ ਸੀ ਨਹੀਂ ਨਿਕਲੀ। ਭਾਈ ਮਤੀ ਦਾਸ ਜੀ, ਭਾਈ ਦਿਆਲਾ ਜੀ ਦੇਗੇ ਵਿੱਚ ਉਬਾਲੇ ਗਏ। ਭਾਈ ਮਤੀ ਦਾਸ ਨੂੰ ਵਾਰੇ ਨਾਲ ਚੀਰਿਆ ਗਿਆ। ਭਾਈ ਸਤੀ ਦਾਸ ਨੂੰ ਰੂਹ ਨਾਲ ਬੰਨ੍ਹ ਕੇ ਸਾੜਿਆ ਗਿਆ, ਪਰ ਸੀ ਨਹੀਂ ਕੀਤੀ। ਇਹ ਅੰਮ੍ਰਿਤ ਦੀ ਪਾਵਰ ਹੈ, ਅੰਮ੍ਰਿਤ ਦੀ ਸ਼ਕਤੀ ਹੈ। ਜਿਸ ਨੂੰ ਵੀ ਅੰਮ੍ਰਿਤ ਪਿਆਇਆ ਉਸ ਨੂੰ ਆਪ ਜੀ ਅਮਰ ਕਰ ਦਿੰਦੇ ਹੋ। ਅੰਮ੍ਰਿਤ ਕਰਮੇ, ਕਰਮੇ ਕਹਿੰਦੇ ਨੇ ਸਰੀਰ। ਸਰੀਰ ਨਾਲ ਆਪਾਂ ਕਰਮ ਕਰਦੇ ਹਾਂ ਨਾ, ਹੱਥਾਂ ਨਾਲ ਕਰਮ ਕਰਦੇ ਹਾਂ ਜਾਂ ਪੈਰਾਂ ਨਾਲ ਕਰਮ ਕਰਦੇ ਹਾਂ, ਅੱਖਾਂ ਨਾਲ ਦੇਖਣ ਦਾ ਕਰਮ ਕਰਦੇ ਹਾਂ। ਸਰੀਰਾਂ ਆਦਿਕਾਂ ਤੋਂ ਵੀ ਆਪ ਜੀ ਅਮਰ ਰੂਪ ਹੋ, ਭਾਵ ਕਿ ਸਰੀਰਾਂ ਤੋਂ ਪਰੇ ਹੋ। ਜਿਸ ਉੱਤੇ ਆਪ ਜੀ ਮਿਹਰ ਕਰ ਦਿੰਦੇ ਹੋ ਉਸ ਨੂੰ ਅਮਰ ਕਰ ਦਿੰਦੇ ਹੋ। ਅੰਮ੍ਰਿਤ ਧਰਮੇ, ਬ੍ਰਿਤ, ਬ੍ਰਿਤੀ ਆਦਿਕ ਦੇ ਧਰਮ ਤੋਂ ਆਪ ਜੀ ਅੰਗ ਰਹਿਤ ਹੋ। ਤੁਹਾਨੂੰ ਬਿਰਤੀ ਨਹੀਂ ਟਿਕਾਉਣੀ ਪੈਂਦੀ। ਕਿਹਦਾ ਧਿਆਨ ਧਰੋਗੇ ਤੁਸੀਂ? ਸਾਡੀ ਤਾਂ ਬਿਰਤੀਆਂ ਨਹੀਂ ਟਿਕਦੀਆਂ, ਸਾਨੂੰ ਬਿਰਤੀ ਟਿਕਾਉਣੀ ਪੈਂਦੀ ਹੈ। ਪਰ ਆਪ ਜੀ ਨੂੰ ਕਿਸੇ ਦੇ ਲਈ ਬਿਰਤੀ ਨਹੀਂ ਟਿਕਾਉਣੀ ਪੈਂਦੀ, ਕਿਸੇ ਦੇ ਵਿੱਚ ਬਿਰਤੀ ਨਹੀਂ ਟਿਕਾਉਣੀ ਪੈਂਦੀ। ਆਪ ਜੀ ਬ੍ਰਿਤੀ ਤੋਂ ਰਹਿਤ ਹੋ, ਇਹਨਾਂ ਧਰਮਾਂ ਤੋਂ ਆਪ ਜੀ ਰਹਿਤ ਹੋ, ਬ੍ਰਿਤੀ ਦੇ ਸੁਭਾਵ ਤੋਂ ਆਪ ਰਹਿਤ ਹੋ। ਸਾਰੇ ਧਰਮਾਂ ਵਿੱਚ ਅੰਮ੍ਰਿਤ ਅਵੇੜਤ ਹੋ, ਭਾਵ ਕਿ ਸਾਰੇ ਧਰਮਾਂ ਵਿੱਚ ਆਪ ਜੀ ਆਏ ਹੋਏ ਹੋ। ਪੰਜੇ ਜੋ ਬਿਰਤੀਆਂ ਨੇ, ਪ੍ਰਮਾਣ, ਵਿਪਰਜੇ, ਨਿੰਦਰਾ, ਵਿਕਲਪ, ਸਿਮਰਤੀ ਆਦਿਕ, ਇਹਨਾਂ ਧਰਮਾਂ ਤੋਂ ਆਪ ਜੀ ਰਹਿਤ ਹੋ। ਨਾ ਆਪ ਜੀ ਨੂੰ ਨੀਂਦ ਹੈ, ਨਾ ਆਲਸ ਹੈ, ਨਾ ਆਪ ਜੀ ਨੂੰ ਫੁਰਨੇ ਫੁਰਦੇ ਨੇ, ਨਾ ਆਪ ਜੀ ਸੋਚਾਂ ਵਿੱਚ ਡੁੱਬੇ ਰਹਿੰਦੇ ਹੋ, ਨਾ ਆਪ ਜੀ ਇਹਨਾਂ ਚੀਜ਼ਾਂ ਤੋਂ ਸਾਰੇ ਆਪ ਜੀ ਰਹਿਤ ਹੋ। ਜੋ ਪੰਜੇ ਬਿਰਤੀਆਂ ਨੇ, ਜਿਵੇਂ ਭਗਤ ਕਬੀਰ ਜੀ ਬਾਣੀ ਵਿੱਚ ਫਰਮਾਨ ਕਰਦੇ ਨੇ, ਕਹਿਤ ਕਬੀਰ ਸੁਨਹੁ ਰੇ ਲੋਈ। ਬਿਰਤੀ ਨੂੰ ਕਹਿ ਰਹੇ ਨੇ, ਹੇ ਬਿਰਤੀ ਸੁਣਨਾ ਕਰ। ਕਹਿਤ ਕਬੀਰ ਸੁਨਹੁ ਰੇ ਲੋਈ, ਅਬ ਤੁਮਰੀ ਪ੍ਰਤੀਤ ਨਾ ਹੋਈ। ਕਦੇ ਹੁਣ ਮੈਨੂੰ ਸਰੂਪ ਰੂਪੀ ਘਰ ਮਿਲ ਗਿਆ, ਹੁਣ ਇੱਥੇ ਤੇਰੀ ਪ੍ਰਤੀਤ ਨਹੀਂ ਹੁੰਦੀ। ਅਖਲ ਜੋਗੇ, ਆਪ ਜੀ ਸਾਰਿਆਂ ਵਿੱਚ ਜੁੜੇ ਹੋਏ ਹੋ, ਮੂਰਖਤਾਈ ਤੋਂ ਰਹਿਤ ਹੋ। ਖਲ ਕਹਿੰਦੇ ਨੇ ਮੂਰਖ ਨੂੰ। ਆਪ ਜੀ ਮੂਰਖਤਾਈ ਤੋਂ ਰਹਿਤ ਹੋ, ਆਪ ਜੀ ਸਾਰਿਆਂ ਵਿੱਚ ਜੁੜੇ ਹੋਏ ਹੋ। ਅਚਲ ਭੋਗੇ, ਅਚਲ, ਆਪ ਜੀ ਅਚਲ ਹੋ, ਸਭ ਭੋਗਾਂ ਤਾਈ ਭੋਗਣ ਵਾਲੇ ਹੋ, ਸਾਰਿਆਂ ਦਾ ਭੋਗ ਪਾਉਣ ਵਾਲੇ ਵੀ ਹੋ, ਸਾਰਿਆਂ ਨੂੰ ਨਾਸ਼ ਕਰਨ ਵਾਲੇ ਹੋ। ਅਚਲ ਬ੍ਰਹਮਾਨੰਦ ਦੇ ਭੋਗ ਨੂੰ ਦੇਣ ਵਾਲੇ ਹੋ। ਅਚਲ ਰਾਜੇ, ਆਪ ਦਾ ਅਚਲ ਰਾਜ ਹੈ, ਅਚਲ ਪ੍ਰਕਾਸ਼ ਹੈ। ਰਾਜ ਹੋਤਾ ਤੇਰਾ ਸਦਾ ਨਿਹਚਲ। ਅਟਲ ਸਾਜੇ, ਜੋ ਆਪ ਜੀ ਦਾ ਸਾਜ ਗਿਆਨ ਹੈ, ਅਟਲ ਹੈ, ਕਦੇ ਟਲ ਨਹੀਂ ਸਕਦਾ, ਟਲਣ ਤੋਂ ਰਹਿਤ ਹੈ। ਅਖਲ ਧਰਮੰ, ਅਖਲ ਧਰਮੰ, ਸਮੂਹ ਧਰਮਾਂ ਵਿੱਚ ਆਏ ਹੋਏ ਹੋ। ਅਲਖ ਕਰਮੰ, ਲਖਣ ਤੋਂ ਰਹਿਤ ਹੋ। ਜੋ ਆਪ ਜੀ ਦੀ ਕਿਰਪਾ ਹੈ ਨਾ, ਇਹ ਲਖਣ ਤੋਂ ਰਹਿਤ ਹੈ। ਇਸ ਨੂੰ ਕੋਈ ਦੱਸ ਨਹੀਂ ਸਕਦਾ ਕਿ ਆਪ ਦੀ ਇੰਨੀ ਕਿਰਪਾ ਹੈ। ਆਪ ਜੀ ਦੀ ਕਿਰਪਾ ਨੂੰ ਕੋਈ ਸ਼ਬਦਾਂ ਵਿੱਚ ਕੋਈ ਬਿਆਨ ਨਹੀਂ ਕਰ ਸਕਦਾ, ਕੋਈ ਬਲ ਕਰਕੇ ਬਿਆਨ ਨਹੀਂ ਕਰ ਸਕਦਾ। ਆਪ ਜੀ ਲੱਖਾਂ ਉੱਤੇ ਕਰਮੰ ਕਿਰਪਾ ਕਰਨ ਵਾਲੇ ਹੋ। ਤੇਰੇ ਕੀਤੇ ਕੰਮ ਤੁਧੇ ਹੀ ਗੋਚਰੇ, ਹੈ ਸੱਚੇ ਪਾਤਸ਼ਾਹ ਜੀਓ। ਜਿਹੜੀ ਤੂੰ ਜੀਵਾਂ 'ਤੇ ਕਿਰਪਾ ਕਰਦਾ ਹੈ, ਲੱਖਾਂ 'ਤੇ ਕਿਰਪਾ ਕਰਦਾ ਹੈ, ਉਹ ਤੈਨੂੰ ਹੀ ਪਤਾ ਹੈ, ਅਸੀਂ ਉਸ ਨੂੰ ਜਾਣ ਨਹੀਂ ਸਕਦੇ। ਸਰਬੰ ਦਾਤਾ, ਸਾਰਿਆਂ ਦੇ ਆਪ ਜੀ ਦਾਤੇ ਹੋ, ਸਭ ਨੂੰ ਦਾਤਾਂ ਮੁਕਤੀ ਦੀ ਦਾਤ ਦਿੰਦੇ ਹੋ। ਕਿਸੇ ਨੂੰ ਨਾਮ ਦੀ ਦਾਤ, ਸਿੱਖੀ ਦੀ ਦਾਤ, ਸ਼ਰਧਾ ਦੀ, ਭਾਵ ਭਗਤੀ ਦੀ ਦਾਤ ਦਿੰਦੇ ਹੋ।
ਸਵਾਸਾਂ ਨੂੰ ਆਪ ਜੀ ਦੇਣ ਵਾਲੇ ਹੋ। ਸਰਬੰ ਗਿਆਤਾ ਸਭ ਦੇ ਜਾਣਨ ਵਾਲੇ ਹੋ। ਸਰਬੰ ਭਾਨੇ ਸਰਬ ਨੂੰ ਪ੍ਰਤੀਤ ਕਰਨ ਵਾਲੇ ਹੋ। ਸਾਰਿਆਂ ਨੂੰ ਆਪ ਜੀ ਜਾਣਦੇ ਹੋ। ਭਾਨੇ ਭਾਨੇ ਪ੍ਰਕਾਸ਼ ਰੂਪ ਹੋ। ਸਾਰਿਆਂ ਨੂੰ ਪ੍ਰਕਾਸ਼ ਦੇਣ ਵਾਲੇ ਹੋ। ਸਾਰਿਆਂ ਨੂੰ ਭੰਨਣ ਵਾਲੇ ਹੋ। ਸਰਬੰ ਮਾਨੇ ਸਾਰੇ ਆਪ ਜੀ ਨੂੰ ਮੰਨਦੇ ਹਨ। ਸਾਰਿਆਂ ਵਿੱਚ ਮੰਨੇ ਗਏ ਹੋ। ਸਾਰਿਆਂ ਨੂੰ ਮਾਣ ਦੇਣ ਵਾਲੇ ਹੋ। ਸਰਬੰ ਪ੍ਰਾਣੰ ਸਾਰਿਆਂ ਨੂੰ ਪ੍ਰਾਣ ਕਲਾ ਦੇਣ ਵਾਲੇ ਹੋ। ਪ੍ਰਾਣਾਂ ਦਾ ਵੀ ਆਸਰਾ ਤੁਸੀਂ ਹੋ। ਸਰਬੰ ਤ੍ਰਾਣੰ 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 ਕਹਿੰਦੇ ਨੇ ਬਲ ਨੂੰ। ਸਾਰਿਆਂ ਦੇ ਬਲ ਰੂਪ ਆਪ ਹੋ। ਸਭ ਦੀ ਰੱਖਿਆ ਕਰਨ ਵਾਲੇ ਹੋ। ਸਰਬੰ ਭੁਗਤਾ ਭੋਗ ਲਾਉਣ ਵਾਲੇ ਹੋ। ਸਾਰਿਆਂ ਦਾ ਭੋਗ ਪਾਉਣ ਵਾਲੇ ਵੀ ਹੋ। ਭੁਗਤਾਉਣ ਵਾਲੇ ਹੋ। ਸਰਬੰ ਜੁਗਤਾ ਜੁਗਤਾ ਸਾਰਿਆਂ ਵਿੱਚ ਜੁਗਤਾ ਕਹਿੰਦੇ ਨੇ ਜੁੜਿਆ ਹੋਇਆ ਹੈ। ਸਾਰਿਆਂ ਯੁਗਾਂ ਵਿੱਚ ਵਿਆਪਕ ਹੈ। ਸਰਬੰ ਦੇਵੰ ਸਾਰਿਆਂ ਦੇ ਪ੍ਰਕਾਸ਼ ਰੂਪ ਹੋ। ਸਾਰੇ ਤੈਨੂੰ ਪੂਜਦੇ ਨੇ। ਆਪ ਜੀ ਗੁਰੂ ਰੂਪ ਹੋ। ਸਰਬੰ ਭੇਵੰ ਸਾਰਿਆਂ ਦੇ ਭੇਦਾਂ ਨੂੰ ਜਾਣਨ ਵਾਲੇ ਹੋ। ਸਰਬੰ ਕਾਲੇ ਸਾਰਿਆਂ ਕਾਲਾਂ ਵਿੱਚ ਆਪ ਜੀ ਹੋ। ਸਾਰਿਆਂ ਦਾ ਕਾਲ ਕਰਨ ਵਾਲੇ ਹੋ। ਸਾਰੇ ਸਮਿਆਂ ਵਿੱਚ ਆਪ ਜੀ ਹੋ। ਸਰਬੰ ਪਾਲੇ ਸਾਰੇ ਰੂਪਾਂ ਵਿੱਚ ਪਾਲਣਾ ਕਰਨ ਵਾਲੇ ਹੋ। ਸਾਰੇ ਸਮਿਆਂ ਵਿੱਚ ਆਪ ਜੀ ਪਾਲਦੇ ਹੋ। ਮਾਤਾ ਕੇ ਉਦਰ ਮਹਿ ਪ੍ਰਤਪਾਲ ਕਰੇ ਸੋ ਕਿਉ ਮਨਹੁ ਵਿਸਾਰੀਐ। ਮਨਹੁ ਕਿਉ ਵਿਸਾਰੀਐ ਏ ਵੱਡ ਦਾਤਾ ਜੇ ਅਗਨ ਮਹਿ ਆਹਾਰ ਪਹੁੰਚਾਵੇ। ਕਹਿੰਦੇ ਜਿਹੜਾ ਮਾਤਾ ਦੇ ਉਦਰ ਵਿੱਚ ਵੀ ਬੱਚੇ ਨੂੰ ਆਹਾਰ ਪਹੁੰਚਾਉਂਦਾ ਹੈ ਇਹ ਵੱਡ ਦਾਤਾ, ਐਡਾ ਵੱਡਾ ਦਾਤਾ ਉਹ ਮਨੋਂ ਕਿਉਂ ਵਿਸਾਰੀਏ। ਕਾਹਤੋਂ ਵਿਸਾਰੀਏ ਮਨ ਤੋਂ। ਜੋ ਸੈਲ ਪੱਥਰ ਮਹਿ ਜੰਤ ਉਪਾਏ ਤਾ ਕਾ ਰਿਜਕ ਆਗੈ ਕਰ ਧਰਿਆ। ਜਿਹੜਾ ਪੱਥਰਾਂ ਵਿੱਚ ਵੀ ਕੀੜਿਆਂ ਨੂੰ ਪਾਲਦਾ ਹੈ ਐਸਾ ਦਾਤਾ ਅਕ੍ਰਿਤ ਘਣਾ ਨੂੰ ਪਾਲਦਾ। ਪ੍ਰਭ ਨਾਨਕ ਸਦ ਬਖਸ਼ਿੰਦ ਜਿਹੜਾ ਅਕ੍ਰਿਤ ਘਣਾ ਨੂੰ ਵੀ ਰੋਜੀ ਦਿੰਦਾ ਹੈ। ਜੋ ਜਾਨ ਕੋ ਦੇਤ ਅਜਾਨ ਕੋ ਦੇਤ ਜ਼ਮੀਨ ਕੋ ਦੇਤ ਜਮਾਨ ਕੋ ਦੈ ਹੈ। ਕਾਹੇ ਕੋ ਡੋਲਤ ਹੈ ਤੁਮਰੀ ਸੁਧ ਸੁੰਦਰ ਸ੍ਰੀ ਪਦਮਾਪਤ ਲੈ ਹੈ। ਫਿਰ ਬੰਦਿਆ ਤੇਰੀ ਬਿਰਤੀ ਡੋਲਦੀ ਕਿਉਂ ਹੈ। ਉਹ ਤਾਂ ਸਾਰਿਆਂ ਨੂੰ ਰੋਜੀ ਵਰਦਾਤਾ ਰੋਜੀ ਦੇਣ ਵਾਲਾ ਪ੍ਰਮਾਤਮਾ ਹੈ। ਰੁਵਾਲ ਸ਼ੰਤ ਵੈ ਪ੍ਰਸਾਦ ਰੁਵਾਲ ਛੰਦ ਦਾ ਨਾਮ ਹੈ। ਤੇਰੀ ਕਿਰਪਾ ਨਾਲ ਮਹਾਰਾਜ ਕਹਿੰਦੇ ਲਿਖਣ ਲੱਗਾ ਹਾਂ। ਆਦ ਰੂਪ ਅਨਾਦ ਮੂਰਤ ਆਪ ਜੀ ਆਦ ਰੂਪ ਹੋ। ਆਦ ਸਰੂਪ ਹੋ। ਜਦੋਂ ਤਤ ਨਹੀਂ ਸੀ ਬਣੇ, ਜਦੋਂ ਸਮਾਂ ਨਹੀਂ ਸੀ, ਜਦੋਂ ਦੇਸ਼ ਨਹੀਂ ਸੀ ਬਣੇ, ਸਭ ਕੁਝ ਖਾਲੀ ਸੀ, ਉਦੋਂ ਉਸ ਵੇਲੇ ਵੀ ਆਪ ਸੀ। ਕਿਉਂਕਿ ਆਪ ਨੇ ਤਾਂ ਸਾਰੀ ਸ੍ਰਿਸ਼ਟੀ ਰਚੀ ਹੈ। ਆਪ ਨੇ ਹੀ ਸਾਰੀ ਰਚਨਾ ਕੀਤੀ ਹੈ। ਆਪ ਜੀ ਆਦ ਰੂਪ ਹੋ। ਜਿਵੇਂ ਸ਼ਿਵ ਸਤੋਤਰ ਵਿੱਚ ਸ਼ਿਵ ਜੀ ਦੇ ਨਾਮਾਂ ਦਾ, ਬ੍ਰਹਮ ਕਵਚ ਵਿੱਚ ਦੇਵੀ ਦੇ ਨਾਮਾਂ ਦਾ ਵਰਣਨ ਹੈ। ਬ੍ਰਹਮ ਸਰੋਤਰ ਵਿੱਚ ਬ੍ਰਹਮਾ ਦੇ ਨਾਮਾਂ ਦਾ ਹੀ ਵਰਣਨ ਹੈ। ਵਿਸ਼ਨੂੰ ਸਹੰਸਰ ਨਾਮੇ ਵਿੱਚ ਵਿਸ਼ਨੂੰ ਦਾ ਹੀ ਵਰਣਨ ਹੈ, ਉਸ ਦੇ ਨਾਮਾਂ ਦਾ ਹੀ ਵਰਣਨ ਹੈ। ਪਰ ਇੱਥੇ ਅਕਾਲ ਪੁਰਖ ਦੇ ਨਾਵਾਂ ਦਾ ਸਤਿਗੁਰੂ ਜੀ ਵਰਣਨ ਕਰਦੇ ਹਨ। ਕਥਨ ਕੀਤਾ ਹੈ ਇੱਥੇ ਕਿ ਆਪ ਜੀ ਆਦ ਰੂਪ ਹੋ। ਜਦੋਂ ਕੁਝ ਨਹੀਂ ਸੀ ਬਣਿਆ ਉਦੋਂ ਵੀ ਆਪ ਸੀ ਆਦ ਸੱਚ। ਜਦੋਂ ਯੁੱਗ ਨਹੀਂ ਸੀ ਬਣੇ ਉਦੋਂ ਵੀ ਆਪ ਸੱਚਾ ਸੀ। ਜੁਗਾਦ ਸੱਚ। ਜਦੋਂ ਯੁੱਗ ਬਣੇ ਉਦੋਂ ਵੀ ਸੱਚਾ ਹੈ ਹੁਣ ਵੀ ਸੱਚਾ ਹੈ। ਭੀ ਪਿੱਛੇ ਵੀ ਸੱਚਾ ਸੀ। ਨਾਨਕ ਹੋਸੀ ਭੀ ਸੱਚ। ਅਤੇ ਆਉਣ ਵਾਲੇ ਸਮੇਂ ਵਿੱਚ ਵੀ ਆਪ ਜੀ ਸੱਚੇ ਹੋਵੋਗੇ, ਸੱਚੇ ਹਨ। ਕਿਉਂਕਿ ਆਪ ਜੀ ਦਾ ਰੂਪ ਹੀ ਐਸਾ ਹੈ। ਅਨਾਦ ਮੂਰਤ ਅਨਾਦ ਜਿਸ ਦਾ ਕੋਈ ਆਦ ਨਹੀਂ ਹੈ। ਆਪ ਜੀ ਅਨਾਦੀ ਰੂਪ ਹੋ। ਆਪ ਜੀ ਦਾ ਸਰੂਪ ਆਦ ਤੋਂ ਰਹਿਤ ਹੈ। ਜਿਵੇਂ ਪੁਰਖ ਪ੍ਰਕਿਰਤੀ ਮਹੀ ਤਤ ਤ੍ਰਿਧਾ ਹੰਕਾਰ ਪੰਜ ਤਨੋ ਮਾਤਰਾ ਤੋਂ ਪਹਿਲਾਂ ਹੋ। ਤ੍ਰਿਧਾ ਰੂਪ ਕਹਿੰਦੇ ਨੇ ਰਜੋ ਤਮੋ ਸਤੋ ਗੁਣ। ਬ੍ਰਹਮਾ ਵਿਸ਼ਨੂੰ ਮਹੇਸ਼ ਇਹਨਾਂ ਤੋਂ ਵੀ ਆਪ ਜੀ ਪਹਿਲਾਂ ਦੇ ਹੋ। ਅਨਾਦੀ ਹੋ ਆਪ ਜੀ। ਪ੍ਰਕਿਰਤੀ ਦੇ ਬਣਨ ਤੋਂ ਵੀ ਆਪ ਜੀ ਪਹਿਲਾਂ ਦੇ ਹੋ। ਆਪ ਜਿਹਾ ਕੋਈ ਨਹੀਂ ਹੋ ਸਕਦਾ। ਆਪ ਜੀ ਬ੍ਰਹਮਾ ਆਦਿ ਦੇ ਵੀ ਆਦ ਰੂਪ ਹੋ। ਬ੍ਰਹਮਾ ਨੂੰ ਬਣਾਉਣ ਵਾਲੇ ਵੀ ਤੁਸੀਂ ਹੋ। ਵਿਸ਼ਨੂੰ ਨੂੰ ਬਣਾਉਣ ਵਾਲੇ ਵੀ ਤੁਸੀਂ ਹੋ। ਸ਼ਿਵ ਜੀ ਨੂੰ ਬਣਾਉਣ ਵਾਲੇ ਵੀ, ਮਾਇਆ ਨੂੰ ਬਣਾਉਣ ਵਾਲੇ ਵੀ ਤੁਸੀਂ ਹੋ। ਆਪ ਜੀ ਅਨਾਦ ਹੋ। ਮੂਰਤ
ਅਨਾਦ ਮੂਰਤ, ਜੋ ਆਪ ਜੀ ਦੀ ਮੂਰਤੀ ਹੈ ਅਨਾਦ ਹੈ। ਅਜੋਨ ਪੁਰਖ ਆਪਾਰ, ਆਪ ਜੀ ਜੂਨੀਆਂ ਵਿੱਚ ਨਹੀਂ ਆਉਂਦੇ, ਆਪ ਦਾ ਕਾਰਨ ਕੋਈ ਨਹੀਂ ਹੈ। ਹੁਣ ਮਾਤਾ ਪਿਤਾ ਦਾ ਕਾਰਨ ਨੇ ਨਾ, ਬੱਚੇ ਦਾ ਜੋ ਜਨਮ ਹੋਇਆ ਉਹ ਜਨਮ ਦਾ ਕਾਰਨ ਮਾਤਾ ਪਿਤਾ ਨੇ। ਮਾਤਾ ਪਿਤਾ ਦੇ ਸੰਬੰਧ ਦੇ ਕਾਰਨ ਬੱਚੇ ਦਾ ਜਨਮ ਹੁੰਦਾ ਹੈ, ਪਰ ਆਪ ਜੀ ਜੂਨਾਂ ਵਿੱਚ ਨਹੀਂ ਆਉਂਦੇ, ਆਪ ਜੀ ਅਜਨਮ ਹੋ, ਆਪ ਜੀ ਨੂੰ ਕੋਈ ਪੈਦਾ ਨਹੀਂ ਕਰ ਸਕਦਾ। ਆਪ ਜੀ ਪ੍ਰਕਿਰਤੀ ਤੋਂ ਪਰੇ ਹੋ, ਅਪਾਰ, ਆਪ ਜੀ ਦਾ ਕੋਈ ਪਾਰ ਨਹੀਂ ਹੈ। ਪੁਰਖ, ਪੁਰ ਕਹਿੰਦੇ ਨੇ ਪੁਰੀਆ ਨੂੰ, ਖ ਕਹਿੰਦੇ ਨੇ ਸਾਰੀ ਪੁਰੀਆ ਨੂੰ ਨਾਸ਼ ਕਰਨ ਵਾਲਾ ਉਹ ਪਰਮਾਤਮਾ ਹੈ। ਭਾਵੇਂ ਬ੍ਰਹਮਪੁਰੀ, ਵਿਸ਼ਨਪੁਰੀ, ਸ਼ਿਵਪੁਰੀ ਹੋਵੇ, ਸਾਰਿਆਂ ਨੂੰ ਨਾਸ਼ ਕਰਨ ਵਾਲਾ ਪਰਮਾਤਮਾ ਹੈ। ਅਤੇ ਪੁਰੀਆਂ ਵਿੱਚ ਖੈ, ਆਕਾਸ਼ ਰੂਪ ਪਰਮਾਤਮਾ ਆਪ ਹੈ। ਪੂ ਕਹਿੰਦੇ ਨੇ ਜੋ ਪਾਕ ਨਰਕ ਹੈ ਉਸ ਵਿੱਚ ਵੀ ਰੱਖਿਆ ਕਰਨ ਵਾਲਾ ਪਰਮਾਤਮਾ ਆਪ ਹੈ। ਪੁਰਖ, ਇਸ ਜਗ ਮਹਿ ਪੁਰਖ ਏਕ ਹੈ, ਹੋਰ ਸਗਲੀ ਨਾਰ ਸੁਬਾਈ। ਸਾਰੇ ਜੀਵ ਰੂਪ ਇਸਤਰੀਆਂ ਨੇ ਸੱਚੇ ਪਾਤਸ਼ਾਹ ਜੀਓ, ਆਪ ਜੀ ਸਿਰਫ ਇੱਕ ਪੁਰਖ ਹੋ, ਸਾਰਿਆਂ ਦੀ ਰੱਖਿਆ ਕਰਨ ਵਾਲੇ ਹੋ। ਏਕਾ ਪੁਰਖ ਸਬਾਈ ਨਾਰ, ਬਾਕੀ ਸਾਰੀਆਂ ਇਸਤਰੀਆਂ ਨੇ, ਜੀਵ ਰੂਪ ਇਸਤਰੀਆਂ ਨੇ, ਆਪ ਜੀ ਪੁਰਖ ਹੋ, ਪੂਰਨ ਹੋ। ਸਰਵਮਾਨ ਤ੍ਰਿਮਾਨ ਦੇਵ, ਤਿੰਨੇ ਦੇਵਤੇ ਆਪ ਜੀ ਨੂੰ ਮੰਨਦੇ ਹਨ। ਭਾਵੇਂ ਬ੍ਰਹਮਾ, ਵਿਸ਼ਨੂੰ, ਮਹੇਸ਼ ਤਿੰਨੇ ਆਪ ਜੀ ਨੂੰ ਮੰਨਦੇ ਹਨ, ਅਤੇ ਤਿੰਨਾਂ ਨੂੰ ਹੀ ਆਪ ਜੀ ਮਾਣ ਦੇਣ ਵਾਲੇ ਹੋ, ਤਿੰਨਾਂ ਨੂੰ ਵਡਿਆਈ ਦੇਣ ਵਾਲੇ ਹੋ। ਜੇ ਵਿਸ਼ਨੂੰ ਰੋਜੀ ਦਿੰਦਾ ਹੈ ਤਾਂ ਉਸ ਨੂੰ ਇਹ ਵਡਿਆਈ ਤੁਸੀਂ ਬਖਸ਼ੀ ਹੈ। ਜੇ ਬ੍ਰਹਮਾ ਸ੍ਰਿਸ਼ਟੀ ਪੈਦਾ ਕਰਦਾ ਹੈ ਤਾਂ ਇਹ ਵਡਿਆਈ ਤੁਸੀਂ ਬਖਸ਼ੀ ਹੈ। ਜੇ ਸ਼ਿਵ ਜੀ ਨਾਸ਼ ਕਰਦਾ ਹੈ ਤਾਂ ਇਹ ਵਡਿਆਈ ਤੁਸੀਂ ਬਖਸ਼ੀ ਹੈ। ਜਿਸ ਕਰਕੇ ਕਈ ਇਹਨਾਂ ਤਿੰਨਾਂ ਦੇ ਹੀ ਗੁਣ ਗਾਈ ਜਾਂਦੇ ਨੇ। ਗੁਰ ਈਸਰ, ਗੁਰ ਗੋਰਖ, ਬ੍ਰਹਮਾ ਗੁਰ, ਆਪ ਜੀ ਸਾਰਿਆਂ ਦੇ ਗੁਰੂ ਹੋ, ਇਹਨਾਂ ਤਿੰਨਾਂ ਦੇ ਗੁਰੂ ਹੋ, ਮਾਇਆ ਦੇ ਗੁਰੂ ਹੋ ਆਪ ਜੀ। ਬ੍ਰਹਮ ਪੁਰਾਣ ਵਿੱਚ ਬ੍ਰਹਮਾ ਨੂੰ ਹੀ ਮੰਨਦੇ ਹਨ, ਸ਼ਿਵ ਪੁਰਾਣ ਵਿੱਚ ਸ਼ਿਵ ਜੀ ਨੂੰ ਹੀ ਮੰਨਦੇ ਹਨ। ਪਰ ਹੇ ਸੱਚੇ ਪਾਤਸ਼ਾਹ, ਤੈਨੂੰ ਸਾਰੇ ਹੀ ਮੰਨਦੇ ਹਨ, ਤੂੰ ਸਾਰਿਆਂ ਦੇ ਮੰਨਣ ਯੋਗ ਹੈ। ਅਭੇਵ ਆਦ ਉਦਾਰ, ਆਪ ਜੀ ਭੇਦ ਪਾਉਣ ਤੋਂ ਰਹਿਤ ਹੋ, ਆਪ ਜੀ ਤਾਂ ਕੋਈ ਭੇਦ ਨਹੀਂ ਪਾ ਸਕਦਾ। ਕ੍ਰਿਸ਼ਨ ਨੇ ਅਰਜਨ ਨੂੰ ਕਿਹਾ ਸੀ ਨਾ ਕਿ ਅਦਵੈਤ ਨੂੰ ਮੈਂ ਵੀ ਕਥਨ ਨਹੀਂ ਕਰ ਸਕਦਾ, ਪਰ ਆਪ ਅਭੇਦ ਤੋਂ ਰਹਿਤ ਹੋ, ਭੇਵ ਪਾਉਣ ਤੋਂ ਆਪ ਜੀ ਰਹਿਤ ਹੋ। ਆਦਿ ਰੂਪ ਆਪ ਜੀ ਹੋ, ਉਦਾਰ, ਉਦਾਰ ਕਹਿੰਦੇ ਨੇ ਸ੍ਰੇਸ਼ਟ ਨੂੰ, ਆਪ ਜੀ ਸ੍ਰੇਸ਼ਟ ਹੋ। ਸਰਬ ਪਾਲਕ, ਸਰਬ ਘਾਲਕ, ਸਾਰਿਆਂ ਦੇ ਪ੍ਰਤਪਾਲਕ ਹੋ, ਸਤੋ ਗੁਣ ਦੇ ਅਧੀਨ ਕਰਕੇ ਪਾਲਣਾ ਕਰਨ ਵਾਲੇ ਹੋ। ਸਰਬ ਘਾਲਕ, ਸਰਬ ਨੂੰ ਘਾਲਣ ਵਾਲੇ ਹੋ, ਦੁਨੀਆ ਵਿੱਚ ਰਜੋ ਗੁਣ ਨੂੰ ਅਧੀਨ ਕਰਕੇ ਘਾਲਣ ਵਾਲੇ ਹੋ। ਸਰਬ ਕੋ ਪੁਨ ਕਾਲ, ਤਮੋ ਗੁਣ ਨੂੰ ਅਧੀਨ ਕਰਕੇ ਸਾਰਿਆਂ ਦਾ ਕਾਲ ਕਰਨ ਵਾਲੇ ਹੋ। ਸ਼ਿਵ ਜੀ ਨੂੰ, ਵਿਸ਼ਨੂੰ ਹੋ ਕੇ ਆਪ ਜੀ ਰੋਜੀ ਦੇਣ ਵਾਲੇ ਹੋ। ਬ੍ਰਹਮਾ ਹੋ ਕੇ ਆਪ ਜੀ ਸ੍ਰਿਸ਼ਟੀ ਨੂੰ ਸਾਜਣ ਵਾਲੇ ਹੋ। ਸ਼ਿਵ ਜੀ ਹੋ ਕੇ ਆਪ ਜੀ ਨਾਸ਼ ਕਰਨ ਵਾਲੇ ਹੋ, ਲੈਤਾ ਕਰਨ ਵਾਲੇ ਹੋ। ਜਤਰ ਤਤਰ ਬਿਰਾਜਹੀ, ਜਿੱਥੇ ਕਿੱਥੇ ਤਿੱਥੇ ਹੀ ਆਪ ਜੀ ਵਿਰਾਜ ਰਹੇ ਹੋ। ਸਭ ਥਾਵਾਂ ਲੋਕ ਪਰਲੋਕ ਵਿੱਚ ਆਪ ਜੀ ਵਿਰਾਜਮਾਨ ਸੁਭਾਏਮਾਨ ਹੋ। ਅਵਧੂਤ ਰੂਪ ਰਿਸਾਲ, ਅਵਧੂਤ ਰੂਪ ਰਸਾਲ, ਸੁੱਧ ਸਰੂਪ ਹੋ, ਪਵਿੱਤਰ ਸਰੂਪ ਹੋ, ਚਤਰ ਸਰੂਪ ਹੋ ਆਪ ਜੀ। ਨਾਮ ਠਾਮ ਨਾ ਜਾਤ ਜਾ ਕਰ, ਨਾ ਕਿਰਿਆ ਵਿਅਕਤੀ ਸਜਾਤੀ ਵਜਾਤੀ ਕਰਕੇ ਆਪ ਜੀ ਦਾ ਕੋਈ ਨਾਮ ਹੈ। ਆਪ ਜੀ ਦਾ ਕੋਈ ਨਾਮ ਨਹੀਂ ਹੈ। ਜਿਵੇਂ ਕਿਰਿਆ ਕਰਕੇ ਕਿਸੇ ਦਾ ਨਾਮ ਰੱਖਿਆ ਜਾਵੇ, ਆਪ ਜੀ ਦਾ ਕੋਈ ਨਾਮ ਨਹੀਂ ਹੈ। ਜਿਵੇਂ ਮੱਛ ਖੱਚ ਆਦਿਕ ਨਾਮ ਹੁੰਦੇ ਨੇ, ਆਪ ਜੀ ਦਾ ਕੋਈ ਨਾਮ ਨਹੀਂ ਹੈ। ਆਪ ਜੀ ਦਾ ਕੋਈ ਥਾਂ ਵੀ ਨਹੀਂ ਹੈ। ਜਿਵੇਂ ਕਹਿੰਦੇ ਬ੍ਰਹਮਾ ਫਲਾਣੇ ਰੁੱਖ 'ਤੇ ਨਿਵਾਸ ਕਰਦਾ ਹੈ, ਵਿਸ਼ਨੂੰ ਫਲਾਣੇ ਰੁੱਖ 'ਤੇ ਰਹਿੰਦਾ ਹੈ, ਜਾਂ ਫਲਾਣੇ ਰੁੱਖ 'ਤੇ ਪ੍ਰੇਤ ਰਹਿੰਦੇ ਨੇ, ਆਪ ਜੀ ਦਾ ਕੋਈ ਥਾਂ ਨਹੀਂ ਹੈ। ਆਪ ਜੀ ਥਾਂ ਤੋਂ ਰਹਿਤ ਹੋ। ਨਾਮ ਠਾਮ ਕਹਿੰਦੇ ਨੇ ਥਾਂ ਨੂੰ, ਨਾਮ ਠਾਮ ਨਾ ਜਾਤ ਜਾ ਕਰ, ਨਾ ਉਸਦੀ ਕੋਈ ਜਾਤ ਹੈ, ਉਹ ਜਾਤਾਂ ਤੋਂ ਪਰੇ ਹੈ। ਉਹ ਕਿਰਿਆ ਕਿਰਤਮ ਨਾਮ ਜਾਤੀ ਆਦਿਕ ਤੋਂ ਰਹਿਤ ਹੈ। ਉਸ ਨੂੰ ਕੋਈ ਨਾਮ ਉਸਦਾ ਕੋਈ ਰੱਖ ਨਹੀਂ ਸਕਦਾ। ਉਸਦੀ ਕੋਈ ਥਾਂ ਨਹੀਂ ਦੱਸ ਸਕਦਾ ਕਿ ਪਰਮਾਤਮਾ ਇੱਥੇ ਹੀ ਹੈ, ਹੋਰ ਕਿਤੇ ਪਰਮਾਤਮਾ ਨਹੀਂ ਹੈ।
ਜੋ ਹਿੰਦੂ ਨੇ ਉਹ ਰਾਮ ਨੂੰ ਖੀਰ ਸਮੁੰਦਰ ਵਿੱਚ ਮੰਨਦੇ ਨੇ ਕਿ ਖੀਰ ਸਮੁੰਦਰ ਵਿੱਚ ਵਿਰਾਜ ਰਿਹਾ ਹੈ, ਸ਼ੈਨ ਕਰ ਰਿਹਾ ਹੈ। ਜੋ ਮੁਸਲਮਾਨ ਨੇ ਉਹ ਸੱਤਵੇਂ ਆਕਾਸ਼ ਵਿੱਚ ਅੱਲਾ ਨੂੰ ਮੰਨਦੇ ਹਨ, ਪੱਛਮ ਵਿੱਚ ਮੰਨਦੇ ਹਨ। ਦੱਖਣ ਦੇਸ ਹਰੀ ਕਾ ਵਾਸਾ, ਪੱਛਮ ਅਲਹੁ ਮੁਕਾਮਾ। ਹਿੰਦੂ ਮੂਰਤ ਨਾਮ ਨਿਵਾਸੀ, ਦਹੁਮੈ ਤਤ ਨਾ ਹੇਰਾ। ਕੋਈ ਕਹਿ ਨਹੀਂ ਸਕਦਾ ਕਿ ਆਪ ਪੱਛਮ ਵਿੱਚ ਹੋ, ਜਾਂ ਆਪ ਗੁਰਦੁਆਰੇ ਹੀ ਬੈਠੇ ਹੋ, ਜਾਂ ਆਪ ਜੀ ਖੀਰ ਸਮੁੰਦਰ ਵਿੱਚ ਹੋ, ਜਾਂ ਸੱਤਵੇਂ ਆਕਾਸ਼ ਵਿੱਚ ਹੋ। ਸੱਚੇ ਪਾਤਸ਼ਾਹ ਜੀਓ ਘਟ ਘਟ ਮੈਂ ਹਰ ਜੂ ਵਸੈ। ਆਪ ਜੀ ਤਾਂ ਸਭੈ ਘਟ ਰਾਮ ਬੋਲੇ, ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਰੇ। ਆਪ ਜੀ ਸਾਰੇ ਘਟਾਂ ਵਿੱਚ ਵਸਦੇ ਹੋ, ਵਿਆਪਕ ਹੋ। ਰੂਪ ਰੰਗ ਨਾ ਰੇਖ, ਰੂਪ ਰੰਗ ਨਾ ਰੇਖ ਭੇਖ। ਆਪ ਜੀ ਦਾ ਕੋਈ ਰੂਪ ਰੰਗ ਨਹੀਂ ਹੈ, ਆਪ ਜੀ ਦਾ ਕੋਈ ਰੂਪ ਨਹੀਂ ਹੈ। ਆਪਣੇ ਆਕਾਰ ਹੁੰਦੇ ਨੇ, ਜਿਵੇਂ ਪੰਛੀਆਂ ਦੇ ਆਕਾਰ ਹੁੰਦੇ ਨੇ, ਮਨੁੱਖਾਂ ਦੇ ਆਕਾਰ ਹੁੰਦੇ ਨੇ। ਨਾ ਆਪ ਜੀ ਦਾ ਮਨੁੱਖਾਂ ਜੈਸਾ ਆਕਾਰ ਹੈ, ਨਾ ਪੰਛੀਆਂ ਜਾਨਵਰਾਂ ਜੈਸਾ, ਪਸ਼ੂਆਂ ਜੈਸਾ ਆਪ ਜੀ ਦਾ ਆਕਾਰ ਹੈ। ਰੰਗ ਜਿਵੇਂ ਕਿਸੇ ਦਾ ਕਾਲਾ ਰੰਗ ਹੁੰਦਾ ਹੈ ਜਾਂ ਕੋਈ ਸਿਆਮ ਰੰਗਾ ਹੁੰਦਾ ਹੈ, ਆਪ ਜੀ ਦਾ ਕੋਈ ਰੰਗ ਨਹੀਂ ਹੈ। ਜਿਵੇਂ ਤੋਤੇ ਹਰੇ ਰੰਗ ਦੇ ਹਨ, ਕਾਂ ਕਾਲੇ ਰੰਗ ਦੇ ਹਨ, ਆਪ ਜੀ ਦਾ ਇੱਦਾਂ ਦਾ ਕੋਈ ਰੰਗ ਨਹੀਂ ਹੈ। ਰੇਖ ਜਿਵੇਂ ਇੱਕ ਜੋਤਿਸ਼ ਗ੍ਰੰਥ ਹੈ, ਉਸ ਦੇ ਵਿੱਚ ਜਿਵੇਂ ਰੇਖ ਹੱਥਾਂ ਦੀਆਂ ਰੇਖਾਵਾਂ, ਪੈਰਾਂ ਦੀਆਂ ਰੇਖਾਵਾਂ, ਜਿਹਨੂੰ ਮੱਛ ਕੱਛ ਰੇਖ ਕਹਿ ਦਿੰਦੇ ਨੇ। ਆਪ ਜੀ ਇਹਨਾਂ ਚਿੰਨ੍ਹਾਂ ਤੋਂ ਵੀ ਰਹਿਤ ਹੋ। ਆਪ ਜੀ ਦੇ ਹੱਥਾਂ ਦੇ ਪੈਰਾਂ ਦੇ ਇੱਦਾਂ ਦਾ ਕੋਈ ਚਿੰਨ੍ਹ ਨਹੀਂ ਹੈ। ਆਦਿ ਪੁਰਖ ਉਦਾਰ ਮੂਰਤ, ਆਪ ਜੀ ਆਦਿ ਪੁਰਖ ਹੋ, ਆਦਿ ਸਰੂਪ ਹੋ, ਗਿਣਤੀ ਤੋਂ ਆਪ ਜੀ ਰਹਿਤ ਹੋ। ਅਸੇਖ ਕਹਿੰਦੇ ਨੇ ਗਿਣਤੀ ਨੂੰ। ਜਿਵੇਂ ਜਪਜੀ ਸਾਹਿਬ 'ਚ ਅਸੰਖ ਸ਼ਬਦ ਆਇਆ ਹੈ, ਅਸੰਖ ਜਪ, ਅਸੰਖ ਭਾਓ, ਅਸੰਖ ਪੂਜਾ, ਅਸੰਖ ਤਪਤਾਓ। ਇਸੇ ਤਰ੍ਹਾਂ ਅਸੇਖ ਆਪ ਜੀ ਗਿਣਤੀ ਤੋਂ ਰਹਿਤ ਹੋ। ਸੱਚੇ ਪਾਤਸ਼ਾਹ ਜੀ ਉਹ ਪ੍ਰਕਿਰਤੀ ਦੀ ਬਿਰਤੀਆਂ ਗੁਣਾਂ ਤੋਂ ਆਪ ਜੀ ਰਹਿਤ ਹੋ। ਗੁਣਾ ਜੋ ਔਗਣਾਂ ਦੀ ਗਿਣਤੀ ਹੈ, ਤਿੰਨੇ ਦੇਹਾਂ ਦੀ ਗਿਣਤੀ ਆਪ ਵਿੱਚ ਨਹੀਂ ਹੈ। ਆਪ ਜੀ ਦੀ ਕੋਈ ਗਿਣਤੀ ਮਿਣਤੀ ਨਹੀਂ ਕਰ ਸਕਦਾ। ਜਿਵੇਂ ਅਵਸਥਾਵਾਂ ਹੁੰਦੀਆਂ ਨੇ ਨਾ, ਵਿਰਾਟ, ਹਿਰਨ ਗਰਭ, ਅਭਿਆਕ੍ਰਿਤ ਦੇਹਾਂ, ਉਸ ਦੀ ਗਿਣਤੀ ਵੀ ਨਹੀਂ ਹੈ। ਆਦਿ ਪੁਰਖ, ਪੁਰਖ ਜੋ ਪੂਰਨ ਹੈ, ਪੁਰੀਆਂ ਦੀ ਰੱਖਿਆ ਕਰਨ ਵਾਲਾ ਹੈ, ਪੁਰੀਆਂ ਵਿੱਚ ਆਕਾਸ਼ ਰੂਪ ਹੈ, ਪੁਰੀਆਂ ਨੂੰ ਜੋ ਨਾਸ਼ ਕਰਨ ਵਾਲਾ ਹੈ। ਉਦਾਰ ਜੋ ਸ੍ਰੇਸ਼ਟ ਮੂਰਤ, ਜਿਸ ਦਾ ਸਰੂਪ ਸ੍ਰੇਸ਼ਟ ਹੈ। ਅਜੋਨ ਆਦਿ ਅਸੇਖ, ਜੋ ਜੂਨੀਆਂ ਵਿੱਚ ਨਹੀਂ ਪੈਂਦਾ, ਜੋ ਅਜਨਮਾ ਹੈ। ਅਸੇਖ ਜਿਸ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ। ਅਜੋਨ ਆਦਿ ਅਸੇਖ, ਉਸ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ। ਦੇਸ ਔਰ ਨਾ ਭੇਸ ਜਾ ਕਰ, ਜਿਵੇਂ ਪੰਜਾਬ ਹੋ ਗਿਆ, ਕਨੇਡਾ, ਅਮਰੀਕਾ ਦੇਸ਼, ਮਾਝਾ, ਮਾਲਵਾ ਹੋ ਗਏ, ਆਪ ਜੀ ਦਾ ਕੋਈ ਦੇਸ਼ ਨਹੀਂ ਹੈ। ਔਰ ਅਤੇ ਨਾ ਭੇਸ ਜਾ ਕਰ, ਨਾ ਆਪ ਜੀ ਦਾ ਕੋਈ ਭੇਖ ਹੀ ਹੈ। ਜਿਵੇਂ ਸੰਨਿਆਸੀ ਉਦਾਸੀ ਵਿਰਾਗੀਆਂ ਦੇ ਭੇਖ ਹੁੰਦੇ ਨੇ, ਆਪ ਜੀ ਦਾ ਕੋਈ ਭੇਖ ਨਹੀਂ ਹੈ। ਜਾ ਕਰ ਜਿਸ ਦਾ ਰੂਪ ਰੇਖ ਨਾ ਰਾਗ, ਰਾਗ ਕਹਿੰਦੇ ਨੇ ਆਪ ਜੀ ਨੂੰ ਕਿਸੇ ਨਾਲ ਮੋਹ ਵੀ ਨਹੀਂ ਹੈ। ਨਾ ਆਪ ਜੀ ਦਾ ਕੋਈ ਰੰਗ ਹੈ, ਕਿਸੇ ਨਾਲ ਅਨਹੋਇਆ ਮੋਹ ਨਹੀਂ ਆਪ ਜੀ ਕਰਦੇ। ਨਾ ਆਪ ਜੀ ਦਾ ਕੋਈ ਰੂਪ ਹੈ। ਜਤਰ ਤਤਰ ਦਿਸਾ ਦਿਸਾ, ਜਿੱਥੇ ਕਿੱਥੇ ਤਿੱਥੇ ਸਾਰਿਆਂ ਵਿੱਚ, ਸਾਰੀ ਦਿਸ਼ਾਵਾਂ ਵਿੱਚ, ਉੱਤਰ ਦੱਖਣ ਪੂਰਬ ਪੱਛਮ ਵਿੱਚ। ਜਿਵੇਂ ਉਪ ਦਿਸ਼ਾਵਾਂ ਹੁੰਦੀਆਂ ਨੇ, ਇੱਕ ਦਿਸ਼ਾਵਾਂ ਹੁੰਦੀਆਂ ਨੇ ਉੱਤਰ ਦੱਖਣ ਪੂਰਬ ਪੱਛਮ, ਅਤੇ ਇੱਕ ਉਪ ਦਿਸ਼ਾਵਾਂ ਹੁੰਦੀਆਂ ਨੇ। ਜਿਵੇਂ ਨੈਰਤ, ਵੈਵ, ਅਗਨ, ਈਸ਼ਾਨ ਆਦਿਕਾਂ ਵਿੱਚ। ਹੋਏ ਫੈਲਿਓ ਅਨੁਰਾਗ, ਹੋਏ ਫੈਲਿਓ ਅਨੁਰਾਗ, ਅਸਤੀ ਭਾਤੀ ਪ੍ਰੇਤਾ ਰੂਪ ਹੋ ਕੇ। ਅਸਤੀ ਕਹਿੰਦੇ ਨੇ ਹੈ, ਭਾਤੀ ਪ੍ਰਤੀਤ ਹੁੰਦਾ, ਪ੍ਰੇਤਾ ਕਹਿੰਦੇ ਨੇ ਪ੍ਰੇਮ ਰੂਪ। ਆਪ ਜੀ ਪ੍ਰੇਮ ਰੂਪ ਹੋ ਕੇ ਨਿਰੰਤਰ ਬਿਰਾਜ ਰਹੇ ਹੋ ਸਾਰੇ ਪਾਸੇ। ਜਿੱਥੇ ਕਿੱਥੇ ਜਿੰਨੀ ਵੀ ਦਿਸ਼ਾਵਾਂ ਨੇ, ਜਿੰਨੇ ਵੀ ਕੋਨੇ ਨੇ, ਸਾਰੇ ਪਾਸੇ ਆਪ ਜੀ ਵਿਰਾਜ ਰਹੇ ਹੋ। ਅਨੁਰਾਗ, ਅਨ ਰਾਗ, ਅਨ ਕਹਿੰਦੇ ਨੇ ਰਹਿਤ ਨੂੰ, ਰਾਗ ਕਹਿੰਦੇ ਨੇ ਮੋਹ ਨੂੰ। ਆਪ ਜੀ ਮੋਹ ਤੋਂ ਰਹਿਤ ਹੋ।
ਅਨ ਨਿਰੰਤਰ ਰਾਗ ਪ੍ਰੇਮ ਰੂਪ ਹੋ ਕੇ ਫੈਲ ਰਹੇ ਹੋ। ਨਾਮ ਕਾਮ ਬਹੀਨ ਪੀਖਤ, ਨਾਮ ਨਹੀਂ ਹੈ ਕਾਮ ਵਿਹੀਨ, ਕਾਮਨਾ ਨਹੀਂ ਹੈ, ਕਾਮ ਆਦਿਕ ਵਿਕਾਰ ਨਹੀਂ ਹੈ। ਆਪ ਜੀ ਕਿਸੇ ਦੇ ਕਾਮੇ ਨਹੀਂ ਹੋ, ਕਿਸੇ ਦੇ ਗੋਲੇ ਨਹੀਂ ਹੋ। ਪੇਖਤ ਵਿਹੀਨ ਪੇਖਤ, ਪੇਖਤ ਤਾਂ ਸਭ ਨੂੰ ਵੇਖ ਰਿਹਾ ਹੈ, ਦੇਖ ਰਿਹਾ ਹੈ, ਪਰ ਆਪ ਕੰਮਾਂ ਤੋਂ ਸੁਤੰਤਰ ਹੋ। ਨਾਮ ਕਾਮ ਵਿਹੀਨ, ਨਾਮ ਤੋਂ ਵੀ ਆਪ ਜੀ ਵਿਹੀਨ ਹੋ, ਵਿਸ਼ੇ ਵਿਕਾਰਾਂ ਤੋਂ ਕਾਮ ਤੋਂ ਵਿਹੀਨ ਹੋ, ਕਾਮਨਾਵਾਂ ਤੋਂ ਵਿਹੀਨ ਹੋ। ਆਪ ਜੀ ਕਿਸੇ ਦੇ ਕਾਮੇ ਨਹੀਂ ਹੋ। ਪੇਖਤ ਸਭ ਤਾਈਂ ਦੇਖੀ ਵੀ ਜਾਂਦੇ ਹੋ। ਕਾਮਹੁ ਨਹਿ ਜਾਹੇ, ਉਸ ਦਾ ਕੋਈ ਘਰ ਨਹੀਂ ਹੈ, ਪਰਮੇਸ਼ਰ ਸਰਬ ਵਿਆਪੀ ਹੈ। ਸਰਬ ਮਾਨ ਸਰਬੱਤਰ ਮਾਨ, ਸਭ ਤੈਨੂੰ ਮੰਨਦੇ ਹਨ, ਸਭ ਉਸ ਨੂੰ ਮੰਨਦੇ ਹਨ। ਗਾਇਬ ਮਾਨਤ ਤਾਹੇ, ਸਰਬੱਤਰ ਮਾਨ। ਹੈ ਖਾਲਸਾ ਜੀ, ਤੁਸੀਂ ਵੀ ਸਾਰੇ ਮੰਨੋ। ਸਤਿਗੁਰੂ ਜੀ, ਤੁਸੀਂ ਕਿਸ ਨੂੰ ਮੰਨਦੇ ਹੋ? ਇਹ ਪ੍ਰਸ਼ਨ ਕੀਤਾ ਹੈ। ਸਤਿਗੁਰੂ ਜੀ, ਤੁਸੀਂ ਕਿਸ ਨੂੰ ਮੰਨਦੇ ਹੋ? ਉੱਤਰ, ਅਸੀਂ ਵੀ। ਸदैव ਮਾਨਤ ਤਾਹੇ, ਮਹਾਰਾਜ ਉੱਤਰ ਦਿੰਦੇ ਕਿ ਸदैव ਮਾਨਤ ਤਾਹੇ, ਆਪ ਨੂੰ ਸਦੀਵ ਕਾਲ ਮੰਨਦੇ ਹਾਂ। ਜੋ ਪਰਮਾਤਮਾ ਹੈ ਉਸ ਨੂੰ ਸਦੀਵ ਕਾਲ ਮੰਨਦੇ ਹਾਂ। ਸਰਬ ਕਾਲ ਵਿੱਚ ਮਨ ਬਾਣੀ ਸਰੀਰ ਕਰਕੇ ਮੰਨਦੇ ਹਾਂ। ਤਿੰਨਾਂ ਕਾਲਾਂ ਵਿੱਚ ਏਕ ਮੂਰਤ ਅਨੇਕ ਦਰਸ਼ਨ, ਚੇਤਨ ਸਰੂਪ ਇੱਕੋ ਹੈ। ਭਾਵ ਕਿ ਇੱਦਾਂ ਨਹੀਂ ਕਿ ਆਪਾਂ ਨੂੰ ਕੋਈ ਹੋਰ ਕਿਰਿਆ ਕਰਾਉਂਦਾ ਹੈ। ਪਰਮਾਤਮਾ ਸਾਰਿਆਂ ਦੀ ਕਿਰਿਆ ਕਰਾਉਣ ਵਾਲਾ ਹੈ। ਚੇਤਨ ਸਰੂਪ ਇੱਕੋ ਹੈ। ਸਭ ਆਕਾਰਾਂ ਵਿੱਚ ਉਸਦੇ ਹੀ ਦਰਸ਼ਨ ਹੋ ਰਹੇ ਨੇ। ਨਰਸਿੰਘ ਭਾਵੇਂ ਨਰਸਿੰਘ ਰੂਪ ਹੋਵੇ, ਬਰਾ ਆਦਿਕ ਰੂਪ ਹੋਵੇ, ਦਰਸ਼ਨ ਆਪ ਦੇ ਅਨੇਕ ਪ੍ਰਕਾਰ ਹੋ ਰਹੇ ਨੇ। ਏਕ ਮੂਰਤ, ਏਕ ਮੂਲ, ਬਿੰਬੀ ਰੂਪ ਇੱਕ ਹੈ। ਅੰਤःਕਰਣ ਦੀਆਂ ਉਪਾਧੀਆਂ ਕਰਕੇ ਅਨੇਕ ਰੂਪ ਆਪ ਜੀ ਪ੍ਰਤੀਤ ਹੋ ਰਹੇ ਹੋ। ਜਿਵੇਂ ਚੰਦਰਮਾ ਇੱਕ ਹੈ, ਪਰ ਘੜਿਆਂ ਦੇ ਵਿੱਚ ਜੋ ਪਾਣੀ ਪਿਆ ਹੈ ਉਸ ਦੇ ਵਿੱਚ ਅਨੇਕ ਕਰਕੇ ਪ੍ਰਤੀਤ ਹੁੰਦਾ ਹੈ। ਪਰਮਾਤਮਾ ਇੱਕ ਹੈ, ਉਹ ਸਾਰਿਆਂ ਵਿੱਚ ਕਿਸੇ ਵਿੱਚ ਰਜੋ ਗੁਣ ਕਰਕੇ, ਕਿਸੇ ਵਿੱਚ ਤਮੋ ਗੁਣ ਕਰਕੇ, ਸਤੋ ਗੁਣ ਕਰਕੇ ਅਨੇਕ ਪ੍ਰਤੀਤ ਹੁੰਦਾ ਹੈ। ਪਰ ਏਕ ਮੂਰਤ ਹੈ, ਇੱਕੋ ਮੂਰਤ, ਅਨੇਕ ਦਰਸ਼ਨ। ਪਰ ਅਨੇਕਾਂ ਉਹਦੇ ਦਰਸ਼ਨ ਨੇ, ਅਨੇਕ ਕਰਕੇ ਜੋ ਪ੍ਰਤੀਤ ਹੁੰਦਾ ਹੈ। ਕੋਈ ਤਾਂ ਕੁਦਰਤ ਵਿੱਚੋਂ ਉਸਦੇ ਦਰਸ਼ਨ ਕਰੀ ਜਾਂਦਾ ਹੈ, ਕੋਈ ਸ਼ਬਦ ਵਿੱਚੋਂ ਉਸਦੇ ਦਰਸ਼ਨ ਕਰੀ ਜਾਂਦਾ ਹੈ, ਕੋਈ ਉਸਦੇ ਪ੍ਰਤੱਖ ਦਰਸ਼ਨ ਕਰੀ ਜਾਂਦਾ ਹੈ, ਕੋਈ ਆਪਣੇ ਘਰ ਵਾਲਿਆਂ ਵਿੱਚੋਂ ਉਸਦੇ ਦਰਸ਼ਨ ਕਰੀ ਜਾਂਦਾ ਹੈ ਕਿ ਸਭ ਮਹਿ ਜੋਤ ਜੋਤ ਹੈ ਸੋਏ। ਸਾਰੇ ਸਰੀਰਾਂ ਵਿੱਚ ਉਸਦੇ ਦਰਸ਼ਨ ਕਰੀ ਜਾਂਦਾ ਹੈ। ਐਸੇ ਆਪ ਜੀ ਦਾ ਦਰਸ਼ਨ ਹੈ। ਅੱਗੇ ਪ੍ਰਸ਼ਨ ਕਰਦੇ ਹਨ ਕਿ ਕੌਣ ਕਹਿੰਦਾ ਹੈ? ਤੀਨ ਰੂਪ ਅਨੇਕ, ਅਨੇਕ ਦਰਸ਼ਨ। 6 ਸ਼ਾਸਤਰ ਵੀ ਅਨੇਕ ਰੂਪ ਕਰਕੇ ਕਥਨ ਕਰਦੇ ਹਨ। ਜੋ ਸਾਂਖ ਸ਼ਾਸਤਰ ਹੈ, ਜਿਸ ਦਾ ਕਰਤਾ ਜੋ ਕਪਾਲ ਮੁਖੀ ਹੈ, ਮੁਨੀ ਹੈ, ਇਸ ਦੀ ਸੁਰਤੀ ਇਹ ਹੈ। ਭਾਵ ਕਿ ਅਸੰਗਿਓ ਤੂੰ ਪੁਰਖਾ, ਸਾਰਿਆਂ ਤੋਂ ਆਪ ਜੀ ਅਸੰਗ ਹੋ। ਜੋ 24 ਤੱਤ ਨੇ, ਤੱਤਵਾਦੀ ਆਦਿਕ, ਸਾਰਿਆਂ ਵਿੱਚ ਪਤਾ ਨਹੀਂ ਅਨੇਕਾਂ ਹੀ ਜਿੰਨੇ ਵੀ ਵੇਦ ਸ਼ਾਸਤਰ ਨੇ, ਸਾਰਿਆਂ ਨੇ ਦੱਸਿਆ ਹੈ ਆਪ ਜੀ ਦੇ ਦਰਸ਼ਨਾਂ ਬਾਰੇ। ਕਿਉਂਕਿ ਇਹ ਵਿਚਾਰ ਥੋੜ੍ਹੀ ਲੰਬੀ ਹੈ। ਅਨੇਕ ਦਰਸ਼ਨ ਬੜਾ ਮਹਾਂਪੁਰਖਾਂ ਨੇ ਜੋ ਅਨੁਭਵੀ ਅਰਥ ਕੀਤੇ ਨੇ, ਸੰਤ ਗਿਆਨੀ ਗੁਰਬਚਨ ਸਿੰਘ ਜੀ ਨੇ ਅਨੇਕ ਦਰਸ਼ਨਾਂ 'ਤੇ ਬੜਾ ਉਹਨਾਂ ਨੇ ਖੋਲ੍ਹ ਕੇ ਲਿਖਿਆ ਹੈ, ਬੜਾ ਖੋਲ੍ਹ ਕੇ ਉਹਨਾਂ ਨੇ ਦੱਸਿਆ ਹੈ ਕਿ ਕੋਈ ਆਤਮਾ ਵਿੱਚ ਗਿਆਨ ਗੁਣ ਮੰਨਦਾ ਹੈ, ਗਿਆਨ ਸਰੂਪ ਨਹੀਂ ਮੰਨਦਾ। ਇੱਦਾਂ ਇਹਦੀ ਵਿਚਾਰ ਆਪਾਂ ਕੱਲ੍ਹ ਨੂੰ ਕਰਾਂਗੇ, ਕਿਉਂਕਿ ਇਹ ਬੜੀ ਖੋਲ੍ਹ ਕੇ ਵਿਚਾਰ ਕਰਨ ਵਾਲੀ ਹੈ। ਅਨੇਕ ਦਰਸ਼ਨ ਕਿ ਆਪ ਜੀ ਦੇ ਕਿਵੇਂ ਅਨੇਕਾਂ ਕਰਕੇ ਦਰਸ਼ਨ ਹਨ। ਇੱਕ ਮੂਰਤ ਹੁੰਦਿਆਂ ਹੋਇਆ ਵੀ ਅਨੇਕਾਂ ਕਰਕੇ ਕਿਵੇਂ ਦਰਸ਼ਨ ਹਨ, ਉਹ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਸਰਵਣ ਕਰਾਂਗੇ। ਇੰਨਾ ਸਮਾਂ ਪ੍ਰਵਾਨ ਕਰਨਾ, ਹੋਈਆਂ ਭੁੱਲਾਂ ਦੀ ਖਿਮਾ। ਸਤਿਗੁਰੂ ਜੀ ਕਿਰਪਾ ਕਰਕੇ ਸਾਡੇ ਹਿਰਦਿਆਂ ਵਿੱਚ ਜੋ ਗੁਰਬਾਣੀ ਦੀ ਵਿਚਾਰ ਹੈ, ਅਰਥ ਹੈ, ਵਸਾ ਦੇਣ।
ਸਾਡੇ ਤੇ ਕਿਰਪਾ ਕਰਨ ਸੱਚੇ ਪਾਤਸ਼ਾਹ ਜੀ, ਦਇਆ ਕਰਨ ਦੇਹੋ ਸੱਜਣ ਸੀਸੜੀਆਂ, ਜੋ ਹੋਵੈ ਸਾਹਿਬ ਸਿਓ ਮੇਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪਹਿ ਅਰਦਾਸ, ਜੀਉ